ਉਹਦੇ ਕੋਲੇ ਬਕਾਇਦਾ ਪ੍ਰੂਫ ਹੈ। ਨਵੀਨ ਸਿੰਘ ਉਹਦਾ ਨਾਮ ਹੈ, ਸਾਡੀ ਮਿਸਲ ਦਾ ਸਿੰਘ ਆ ਉਹ ਕੱਲ ਕਿਸੇ ਨੇ ਉਹ ਜਾਣ ਕੇ ਕਹਿ ਤਾ ਵੀ ਇਹ ਮੁਰਗਾ ਮੰਗਦਾ ਤੇ ਇਹਨਾਂ ਨੇ ਇਕੱਠੇ ਹੋ ਕੇ ਉਹਨੂੰ ਕੁੱਟਿਆ ਤੇ ਅੱਜ ਉਹਨਾਂ ਦੇ ਪਿੰਡ ਦੇ ਨੇ ਸਫਾਈ ਦਿੱਤੀ ਆ। ਜੋ ਵੀ ਅੱਗੇ ਕਾਰਵਾਈ ਹੋਊਗੀ ਉਹ ਸਾਰਾ ਇਹਨਾਂ ਨੂੰ ਕਲੀਅਰ ਪਤਾ ਲੱਗ ਜੂਗਾ। ਆਪਾਂ ਜਿਹੜੇ ਆਈਡੀ ਪ੍ਰੂਫ ਹਨ ਨਵੀਨ ਕੁਮਾਰ ਵਾਲੇ ਵਾਇਰਲ ਕੀਤੇ ਉਹਨਾਂ ਕੱਲ, ਕਹਿੰਦੇ ਜੇਬ ਚੋਂ ਜਿਹੜੇ ਆਈਡੀ ਪ੍ਰੂਫ ਆ ਕੁਮਾਰ ਲਿਖਿਆ ਹੋਇਆ ਹੈ, ਨਕਲੀ ਨਿਹੰਗ ਦੇ ਸ਼ਬਦ ਤੱਕ ਵਰਤ ਲਿਆ ਉਹਨਾਂ, ਉਹਨੂੰ ਕਿਵੇਂ ਦੇਖਦੇ? ਦੇਖੋ ਹਰ ਚੀਜ਼ ਨਾ ਇੱਕ ਕਾਨੂੰਨ ਦੇ ਨਾਲ ਚੱਲਦੀ ਹੈ। ਜਦੋਂ ਇਨਸਾਨ ਅਮਰਧਾਰੀ ਹੁੰਦਾ ਨਾ, ਉਹਦਾ ਪਿਛੋਕੜ ਆ ਭਾਵੇਂ ਕੁਮਾਰ ਦੇ ਨਾਲ ਹੋਵੇ, ਭਾਵੇਂ ਕਿਸੇ ਝੀਵਰ ਦੇ ਨਾਲ ਹੋਵੇ, ਕਿਸੇ ਵੀ ਜਾਤੀ ਦੇ ਨਾਲ ਰੱਖਦਾ ਹੋਵੇ, ਜਦੋਂ ਅੰਮ੍ਰਿਤ ਛਕ ਲੈਂਦਾ ਤੇ ਉਸ ਤੋਂ ਬਾਅਦ ਉਹ ਗੁਰੂ ਦਾ ਸਿੰਘ ਬਣ ਜਾਂਦਾ ਹੈ। ਗੁਰੂ ਦਾ ਸਿੰਘ ਬਣਦਾ ਫਿਰ ਉਹਦਾ ਲਾਇਸੈਂਸ ਬਣ ਜਾਂਦਾ। ਇਸ ਕਰਕੇ ਵੀ ਆਈਡੀ ਪ੍ਰੂਫਾਂ ਦੇ ਨਾਲ ਨਹੀਂ, ਤੁਸੀਂ ਬੰਦੇ ਦਾ ਪਿਛੋਕੜ ਵੇਖੋ, ਉਹਦਾ ਨਗਰ ਦੇਖੋ। ਉਹ ਹਰਿਆਣੇ ਦਾ ਕਿਸਾਨ ਹੈ। ਉਹ ਲੱਖਾ ਕਹਿੰਦਾ ਸੀ ਨਾ ਵੀ ਇਹਦੇ ਹੋਮ ਪਾਇਆ ਹੋਇਆ, ਹੋਮ ਦੀ ਕੋਈ ਗੱਲ ਨਹੀਂ ਹੈਗੀ। ਉਹ ਵੇਖੋ ਵੀ ਜਿਹਨੇ 10.5 ਮਹੀਨੇ ਇਸ ਅੰਦੋਲਨ ਦੇ ਵਿੱਚ ਲਾਏ ਤੇ ਕੱਲ ਕੋਈ ਆ ਕੇ ਲੱਖੇ ਉਹ ਨਹੀਂ ਉਹਨੂੰ ਬਾਹਰੋਂ ਆ ਕੇ ਜਾਂ ਕੋਈ ਹੋਰ ਇਨਸਾਨ ਬਾਹਰੋਂ ਆ ਕੇ ਉਹਨੂੰ ਕੁੱਟਦੇ ਬਿਨਾਂ ਗੱਲ ਤੋਂ, ਤਾਂ ਉਸੇ ਸੋਭਾ ਦੀ ਗੱਲ ਨਹੀਂ, ਉਹ ਵੀ ਬਾਣਾ ਵਧਾਤਾ ਉਹਦਾ। ਇੱਕ ਬਾਬਾ ਜੀ ਜਿਹੜਾ ਇਹ ਵਿਵਾਦ ਖੜਾ ਹੋਇਆ ਇਸ ਗੱਲ ਨੂੰ ਲੈ ਕੇ ਵੀ ਜਿਹੜੇ ਉਹਦੇ ਸ਼ਸਤਰ ਨੇ ਜਾਂ ਉਹਦੇ ਵਸਤਰ ਨੇ ਉਹ ਕਿਹਨਾਂ ਵੱਲੋਂ ਉਤਾਰੇ ਗਏ? ਦੇਖੋ ਇਹ ਬਾਬਾ ਰਾਜਾ ਰਾਜ ਸਿੰਘ ਜੀ ਨੂੰ ਪਤਾ ਹੋਊਗਾ, ਬਾਬਾ ਕੁਲਵਿੰਦਰ ਸਿੰਘ ਜੀ ਨੂੰ ਪਤਾ ਹੋਊਗਾ, ਕਿਉਂ ਅਸੀਂ ਉੱਥੇ ਮੌਜੂਦ ਨਹੀਂ ਸੀ ਹੈਗੇ, ਉਹ ਬਾਬਾ ਜੀ ਨੂੰ ਪਤਾ ਹੋਊਗਾ। ਜਿਹੜਾ ਉਹਦੀ ਕੁੱਟਮਾਰ ਹੁੰਦੀ ਆ, ਜਿਹੜਾ ਵੀ ਉੱਥੇ ਦੁਕਾਨਦਾਰ ਸੀਗਾ ਜਿਹੜਾ ਕਹਿੰਦੇ ਮੁਰਗਾ ਲੈਣ ਗਏ ਸੀਗੇ, ਕੁਝ ਕੁ ਕਹਿ ਰਹੇ ਨੇ ਕਿ ਉਹ ਸਿਗਰਟੀਆਂ ਬੀੜੀ ਦਾ ਸੇਵਨ ਕਰ ਰਿਹਾ ਸੀਗਾ। ਨਹੀਂ, ਬਿਲਕੁਲ ਇਹਨਾਂ ਧਿਆਨ ਰੱਖਿਓ ਵੀ ਸਾਡਾ ਸਿੰਘ ਆ ਉਹ ਨਵੀਨ ਸਿੰਘ, ਤਕਰੀਬਨ 10.5 ਮਹੀਨਿਆਂ ਤੋਂ ਸਾਡੇ ਨਾਲ ਰਹਿੰਦੇ, ਸਾਨੂੰ ਸਾਰਾ ਪਤਾ ਸਾਡੇ ਸਿੰਘ ਕਿਦਾਂ ਦੇ ਆ। ਸਾਡੇ ਸਿੰਘ ਕਦੇ ਵੀ ਕਿਸੇ ਵੈਸੇ ਉਹਦੀ ਕੁੱਟਮਾਰ ਹੋਈ ਆ ਜਿਹੜੀ ਉਹ ਕਹਿੰਦੇ ਸੀ ਉਹਦੀ ਲੱਤ ਤੋੜ ਦਿੱਤੀ ਕਿ ਉਹਦੀ ਬੜੀ ਬੁਰੀ ਤਰ੍ਹਾਂ ਕੁੱਟਿਆ, ਉਹਦੀ ਥੋੜੀ ਜਿਹੀ ਕਲਿੱਪ ਵੀ ਵਾਇਰਲ ਕੀਤੀ ਹੈ ਨਾ। ਉਸ ਚ ਨਾ ਉਹਦੇ ਹਸਪਤਾਲ ਜਾ ਕੇ ਆਏ ਨੇ, ਉਹਦੀ ਕੋਈ ਲੱਤ ਨਹੀਂ ਟੁੱਟੀ, ਉਹਦਾ ਅੱਜ ਸਮਝੌਤਾ ਹੋ ਜਾਊਗਾ। ਪ੍ਰਸ਼ਾਸਨ ਨਾਲ ਵੀ ਸਾਡੀ ਗੱਲ ਹੋਈ ਹੈ। ਤੇ ਉਹ ਰਹੀ ਦੂਸਰੀ ਗੱਲ, ਜਿਹੜਾ ਉਹਨੂੰ ਮੁਰਗਾ ਕਹਿੰਦਾ ਨਾ, ਉਹਦੇ ਸਾਹਮਣੇ ਇੱਕ ਇਨਸਾਨ ਖੜਾ ਸੀ ਜਦੋਂ ਲੜਾਈ ਹੋਈ ਆ, ਉਹ ਗੱਲ ਕਹਿੰਦਾ ਬਾਬਾ ਜੀ ਵੀ ਮੁਰਗੇ ਦੀ ਗੱਲ ਨਹੀਂ ਹੋਈ, ਵੀ ਇਹ ਬੀੜੀ ਪੀਂਦਾ ਸੀ, ਵੀ ਇਹਨੂੰ ਕਿਹਾ ਗਿਆ ਵੀ ਤੂੰ ਲਾਲੀ ਘੋੜੇ ਤੋਂ ਦੂਰ ਹੋ ਕੇ ਪੀ ਬੀੜੀ, ਤਾਂ ਉਸਨੇ ਇਹ ਗੱਲ ਕਹੀ ਵੀ ਮੈਂ ਨਹੀਂ ਹੋ ਕੇ ਦੂਰ ਪੀਣੀ, ਤੁਸੀਂ ਕਰੋ ਜਿਹੜਾ ਕੋ ਕਰਨਾ। ਉਹਨੂੰ ਪੁੱਠਾ ਬੋਲਿਆ, ਇਸ ਕਰਕੇ ਫਿਰ ਉਸਨੇ ਉਹਦੇ ਚਪੇੜ ਮਾਰਤੀ ਹੋਊਗੀ। ਇੰਨੀ ਗੱਲ ਸੁਣੀ ਬਾਬਾ ਜੀ। ਜਦੋਂ ਕੁੱਟਮਾਰ ਹੁੰਦੀ ਹੈ, ਕਿਹਾ ਜਾਂਦਾ ਕਿ ਜਿਹੜੇ ਬਾਕੀ ਜਥੇਦਾਰ ਸੀਗੇ ਤੁਹਾਡੇ ਸਿੰਘ ਨੂੰ ਤੁਹਾਡੇ ਇੱਥੇ ਲੈ ਕੇ ਆਏ ਸੀਗੇ, ਤੇ ਪਰ ਤੁਸੀਂ ਉਦੋਂ ਜਿਹੜੇ ਹੈਗਾ ਬਾਹਰ ਨਹੀਂ ਨਿਕਲੇ ਜਾਂ ਇੱਥੇ? ਨਹੀਂ, ਸਾਡੇ ਕੋਲੇ ਕੋਈ ਨਹੀਂ ਲੈ ਕੇ ਆ, ਝੂਠ ਵੱਢਣ ਦੀ ਕੋਸ਼ਿਸ਼ ਨਾ ਕਰਨ। ਬਾਬਾ ਰਾਜਾ ਰਾਜ ਸਿੰਘ ਜੀ ਦੇ ਤੰਬੂ ਦੇ ਵਿੱਚ ਹੀ ਲੈ ਕੇ ਗਏ ਨੇ, ਮਾਂ ਕਾਲ ਵੀ ਬਾਹਰ ਨੇ, ਤੇ ਉੱਥੇ ਅਸੀਂ ਬਕਾਇਦਾ ਜਦੋਂ ਇੱਕ ਇੰਟਰਵਿਊ ਹੋ ਰਿਹਾ ਸੀ ਨਾ, ਅਸੀਂ ਪਿੱਛੇ ਗੜ ਤੋੜਨ ਜਾ ਰਹੇ ਸੀ, ਪਿੱਛੇ ਘੋੜਿਆਂ ਦੇ ਵਿੱਚ ਹੁੰਦੀ, ਤੇ ਇਹ ਇੰਟਰਵਿਊ ਕਰ ਰਹੇ ਸੀ, ਤੇ ਅਸੀਂ ਵਿੱਚ ਗਏ ਜਾ ਕੇ, ਤੇ ਉੱਥੇ ਜਿੰਨੇ ਲੱਖੇ ਦੇ ਨਾਲ ਸਿੰਘ ਸੀ ਉਹ ਵੀ ਬੜੇ ਗਰਮ ਹੋ ਰਹੇ ਸੀ, ਤੇ ਪਰ ਅਸੀਂ ਕੁਝ ਕਿਹਾ ਨਹੀਂ। ਇਸ ਕਰਕੇ ਕੁਝ ਨਹੀਂ ਕਿਹਾ ਕਿ ਲੋਕਾਂ ਨੇ ਪਹਿਲਾਂ ਹੀ ਬੜੇ ਮਸਲੇ ਹਾਈਲਾਈਟ ਕੀਤੇ ਹੋਇਆ। ਹਰ ਗੱਲ ਦੇ ਵਿੱਚ ਬਾਬੇ ਅਮਨ ਦਾ ਜ਼ਿਕਰ ਆਉਂਦਾ, ਹਰ ਗੱਲ ਦੇ ਵਿੱਚ ਬਾਬੇ ਅਮਨ ਦਾ ਜ਼ਿਕਰ ਆਉਂਦਾ। ਅਸੀਂ ਸੰਸਾਰ ਨੂੰ ਵੀ ਕਲੀਅਰ ਕਰਨਾ ਚਾਹੁੰਦੇ ਹਾਂ ਵੀ ਸੋਚ ਸਮਝ ਕੇ ਜੋ ਵੀ ਬਿਆਨ ਦੇਣਾ ਸੋਚ ਸਮਝ ਕੇ ਦੋ। ਕਾਮਰੇਡ ਲੀਡਰ ਨੂੰ ਵੀ ਕਲੀਅਰ ਕਰਨਾ ਚਾਹੁੰਦੇ, ਉਹ ਕਦੇ ਕਹਿੰਦਾ ਵੀ ਇੰਦਰਾ ਦੇ ਨੇ ਜਾਂ ਬੀਜੇਪੀ ਦੇ ਨੇ, ਉਹਨਾਂ ਕੇ 10.5 ਮਹੀਨੇ ਹੋ ਗਏ ਅਸੀਂ ਇੱਥੇ ਹੀ ਰਹਿੰਦੇ ਆ, ਤੂੰ ਵੀ ਸਾਡੇ ਪਰਿਵਾਰਾਂ ਵਰਗੇ ਆ, ਲੋਕਾਂ ਲਈ ਕਾਮਰੇਡ ਹੋਵੇਂਗਾ ਤੂੰ, ਪਰ ਅਸੀਂ ਤੈਨੂੰ ਇੱਕ ਪਰਿਵਾਰ ਨਹੀਂ ਜੀ, ਪਰਿਵਾਰ ਤੇ ਸਮਝਾਉਣਾ ਚਾਹੁੰਦੇ ਆ। ਸਾਨੂੰ ਉਹਦਾ ਨਾਂ ਨਹੀਂ ਪਤਾ ਕੀ ਨਾਮ ਆ ਉਹਦਾ। ਕੀ ਤੁਹਾਨੂੰ ਲੱਗਦਾ ਹੈ ਜਿਹੜਾ ਹੈਗਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਲੱਖਾ ਸਧਾਣਾ ਜਾਂ ਹੋਰ ਜਿਹੜੇ ਵਿਅਕਤੀਆਂ ਨੇ ਤੁਹਾਡਾ ਸਿੰਘ ਦੇ ਹਨਾ ਮੰਨ ਲਓ ਉਹਨਾਂ ਨਾਲ ਕੁੱਟਮਾਰ ਕੀਤੀ, ਕੀ ਤੁਹਾਨੂੰ ਲੱਗਦਾ ਹੈ ਕਿ ਸਾਜ਼ਿਸ਼ ਦਾ ਅਧੀਨ ਸੀਗਾ ਜਾਂ ਉਹਨਾਂ ਦੀ ਕੋਈ ਅਵਚੇਤਨ? ਦੇਖੋ ਉਹਨਾਂ ਨੇ ਲਿਖ ਕੇ ਪਾਇਆ ਫੇਸਬੁੱਕ ਤੇ ਵੀ RSS ਦਾ ਬੰਦਾ, ਉਹ ਸਾਡੇ ਸਿੰਘ ਪੇਸ਼ ਕਰ ਦੇਣਗੇ ਵੀ ਇਹ ਗੁਰੂ ਦਾ ਸਿੰਘ ਹੈ RSS ਦਾ ਬੰਦਾ। ਇਹ ਤਾਂ ਪਹਿਲਾਂ ਸਾਨੂੰ ਕਹੀ ਜਾਂਦੇ ਸੀ, ਇਹ ਚੀਜ਼ਾਂ ਦੇ ਨਾਲ ਨਹੀਂ ਹੁੰਦਾ। ਸੰਸਾਰ ਇਹਨਾਂ ਕਲੀਅਰ ਕਰ ਲਏ ਪੁੱਤਰ ਜੀ ਵੀ ਕਦੇ ਵੀ ਮੋਣਾ ਇਨਸਾਨ ਨਿਹੰਗਾਂ ਸਿੰਘਾਂ ਨੂੰ ਆ ਕੇ ਬਚਨ ਨਹੀਂ ਕਰ ਸਕਦਾ। ਧਿਆਨ ਰੱਖਿਓ ਆਪਣੇ ਆਪ ਨੂੰ, ਆਉਣ ਤੋਂ ਪਹਿਲਾਂ 100 ਵਾਰ ਸੋਚੇ ਹੋ। ਫਿਰ ਇਹਦਾ ਮਤਲਬ ਜਿਹੜੇ ਉਹਨਾਂ ਨਾਲ ਸ਼ਬਦ ਵਰਤੇ ਗਏ ਉਹ ਗਲਤ ਵਰਤੇ ਗਏ। ਨਹੀਂ, ਉਹ ਕਹਿੰਦੇ ਸੀਗੇ ਜੀ ਜਿਸ ਤਰ੍ਹਾਂ ਜਿਹੜਾ ਉਸ ਸਮੇਂ ਪੱਤਰਕਾਰ ਮੌਜੂਦ ਸੀ, ਉਹ ਕਹਿ ਰਹੇ ਸੀਗੇ ਕਿ ਜਿਸ ਤਰ੍ਹਾਂ ਦੀਆਂ ਅਸਤਾ ਉੱਥੇ ਨਹੀਂ ਮੌਜੂਦ ਸੀ ਉਸ ਸਮੇਂ, ਜਿਸ ਤਰ੍ਹਾਂ ਦੀਆਂ ਕਲਿੱਪਾਂ ਦੇਖੀਆਂ ਉਹਦੇ 'ਚ ਕਹਿੰਦੇ ਆ ਕਿ ਇਹਨਾਂ ਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ ਸੀਗੀ, ਮੂਲ ਮੰਤਰ ਦਾ ਪਾਠ ਜਿਹੜਾ ਉਹ ਕਹਿੰਦੇ ਸੁਣਾ ਦਿਓ, ਸੁਣਾਇਆ ਨਹੀਂ, ਜੇ ਇਦਾਂ ਦੀਆਂ ਗੱਲਾਂ ਵੀ ਵਾਇਰਲ ਹੋ ਰਹੀਆਂ। ਇਸ ਤਰ੍ਹਾਂ ਨੂੰ ਕਿਸ ਤਰ੍ਹਾਂ ਜਿਹੜਾ ਮੈਸੇਜ ਆ ਉਹ ਸਹੀ ਨਹੀਂ ਨਿਕਲਿਆ। ਦੇਖੋ ਉਹ ਜਿਹੜੀਆਂ ਇਹ ਗੱਲਾਂ ਨੇ ਨਾ, ਇਹ ਗੱਲਾਂ ਹੁੰਦੀਆਂ ਨੇ ਪੰਥ 'ਚ ਬਹਿ ਕੇ ਹੋਣ ਵਾਲੀਆਂ। ਹੁਣ ਜਿਹੜਾ ਦਿਲ ਕਰਦਾ ਉਹ ਚੱਕ ਕੇ ਮੀਡੀਆ ਵਾਲਾ ਮੂਹਰੇ ਕਰ ਦਿੰਦਾ। ਏਦਾਂ ਕਰੋ, ਸਾਰੇ ਮੀਡੀਆ ਵਾਲਿਆਂ ਨੂੰ ਬੁਲਾ ਲਓ ਸਾਡੇ ਨਾਲ। ਇੱਕ ਉਰੇ ਕੁੜੀ ਫਿਰਦੀ ਆ ਛੋਟੀ ਜੀ, ਤੇ ਉਹ ਕਦੇ ਕਹਿੰਦੀ ਆ ਬਾਬੇ ਅਮਨ ਦੀ ਅਰੈਸਟ ਹੋ ਗਈ, ਆਉਣ ਵਾਲੇ ਸਮੇਂ ਦੇ ਵਿੱਚ ਪੱਤਰਕਾਰਾਂ ਤੇ ਵੀ ਕਾਰਵਾਈ ਹੋਊਗੀ। ਉਹ ਆਪਣਾ ਸੋਚ ਸਮਝ ਕੇ ਫੈਸਲਾ ਕਰਿਆ ਕਰਨ ਸੱਚ ਦੀ। ਕਿਉਂ ਦੇਖੋ ਪੱਤਰਕਾਰ ਇੱਕ ਪੰਜਾਬ ਦੀ ਸ਼ਾਨ ਹੈ, ਉਹ ਸੱਚ ਝੂਠ ਪੇਸ਼ ਕਰੂਗਾ। ਜੇ ਪੱਤਰਕਾਰੀ ਤਿੱਲੀ ਸਿੱਟ ਕੇ ਚੱਲ ਜੂਗਾ ਫਿਰ ਸੰਸਾਰ ਦਾ ਕੀ ਬਣੂਗਾ? ਉਹ ਤਾਂ ਝਗੜੇ ਵਾਲੇ ਕੰਮ ਹੋ ਗਏ ਨਾ। ਇਸ ਕਰਕੇ ਪੱਤਰਕਾਰਾਂ ਨੂੰ ਸੋਚ ਸਮਝ ਕੇ ਕਰਨਾ ਚਾਹੀਦਾ। ਅੱਜ ਸਾਰਾ ਕਲੀਅਰ ਲੱਗ ਜੂਗਾ। ਪੱਤਰਕਾਰਾਂ ਦੇ ਰਾਹੀਂ ਗਿਆ ਵੀ ਉਹ RSS ਦਾ ਬੰਦਾ, ਅੱਜ ਉਹੀ ਪੱਤਰਕਾਰਾਂ ਦੇ ਸਾਹਮਣੇ ਫੇਰ ਚੱਲ ਜੂਗਾ ਵੀ ਉਹਦਾ ਬੁੱਢੇ ਦਲ ਦਾ ਲਾਇਸੈਂਸ ਬਣਿਆ ਹੋਇਆ, ਉਹ ਦਲ ਪੰਥ ਦਾ ਸਿੰਘ ਹੈ। ਬਾਬਾ ਜੀ ਇੱਕ ਇਸ ਤਰ੍ਹਾਂ ਦੇਖਿਆ ਜਾ ਰਿਹਾ ਹੁਣ, ਜਿਵੇਂ ਆਪਾਂ ਕਿ ਕਿਉਂਕਿ ਕਰਨਾਲ ਦੇ ਨੇੜੇ ਪਿੰਡ ਆ ਨਵੀਨ ਦਾ,
ਉਹਨਾਂ ਦੇ ਪਿੰਡ ਦੇ ਵੱਲੋਂ ਵੀ ਵੀਡੀਓ ਵਾਇਰਲ ਕੀਤੀਆਂ ਗਈਆਂ। ਤੁਹਾਡੇ ਨਾਲ ਕੋਈ ਕੰਟੈਕਟ ਹੋਇਆ ਉਹਨਾਂ ਦਾ? ਹਾਂਜੀ, ਉਹਨਾਂ ਦਾ ਸਾਰਾ ਪਿੰਡ ਅੱਜ ਆ ਰਿਹਾ ਸਾਡੇ ਕੋਲੇ। ਉਹਨਾਂ ਨੂੰ ਬਹੁਤ ਜ਼ਿਆਦਾ, ਹਰਿਆਣੇ ਨੂੰ ਬੜਾ ਜ਼ਿਆਦਾ, ਅਸੀਂ ਇੱਕ ਕਹਿ ਨਹੀਂ ਸਕਦੇ, ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਇਸ ਗੱਲ ਦਾ ਵੀ ਮੈਨੂੰ ਕੋਈ ਜਾਂ ਤਾਂ ਮੇਰੇ ਨਾਲ ਕੋਈ ਰੰਜਿਸ਼ ਦੇ ਪ੍ਰਤੀ ਕੀਤਾ ਗਿਆ, ਕਿਉਂ ਇਸ ਗੱਲ ਨੂੰ ਅਸੀਂ ਕਲੀਅਰ ਨਹੀਂ ਕਰ ਸਕਦੇ। ਉਹ ਖੁਦ ਨਵੀਨ ਸਿੰਘ, ਬਾਬਾ ਰਾਇਆ ਸਿੰਘ ਜੀ, ਬਾਬਾ ਕੁਲਵਿੰਦਰ ਸਿੰਘ ਜੀ, ਜਿੰਨੀ ਸਾਰੀ ਫੌਜ ਉਹ ਖੁਦ ਕਲੀਅਰ ਕਰਨਗੇ। ਪਰ ਅਸੀਂ ਇਹੀ ਕਵਾਂਗੇ ਵੀ ਕੋਈ ਵੀ ਗੱਲ ਆ ਨਾ ਪੰਥ ਦੀ, ਉਹ ਬਹਿ ਕੇ ਨਿਬੇੜੀ ਜਾਵੇ। ਇਸ ਮੀਡੀਆ ਦੇ ਵਿੱਚ ਰਾਹੀਂ ਨਾ ਇਸ ਨੂੰ ਜ਼ਿਕਰ ਕੀਤਾ ਜਾਵੇ। ਦੇਖੋ, ਛੋਟੀਆਂ-ਮੋਟੀਆਂ ਗੱਲਾਂ ਦੇ ਨਾਲ ਇਹ ਬਹੁਤ ਦੂਰ ਦੀ ਗੱਲ ਚੱਲ ਜੂਗੀ। ਅਸੀਂ ਅੰਦੋਲਨ ਨੂੰ ਸਪੋਰਟ ਕਰਨੀ ਆ, ਅੰਦੋਲਨ 'ਚ ਖਲਾਰਾ ਨਹੀਂ ਪਾਣਾ। ਦੇਖੋ, ਜਥੇਬੰਦੀਆਂ ਚੀਜ਼ ਭਾਲ ਰਹੀਆਂ ਨੇ ਵੀ ਨਿਹੰਗਾਂ ਸਿੰਘਾਂ ਦੇ ਆਪਸ ਵਿੱਚ ਟਕਰਾਅ ਹੋਣ ਤੇ ਇੱਥੋਂ ਜਾਣ, ਤੇ ਅਸੀਂ ਬੀਜੇਪੀ, ਸਾਡੀ ਅੱਜ ਇੱਕ ਧਿਆਨ ਰੱਖਣ ਪੰਜਾਬ ਵਾਲੇ, ਸਾਡੀ ਸਿੱਧੀ ਲੜਾਈ ਬੀਜੇਪੀ ਨਾਲ ਹੈ। ਸਾਰਾ ਕੁਝ ਸਾਈਡ ਤੇ ਕਰ ਦੇਣ, ਸਾਡੀ ਸਿੱਧੀ ਲੜਾਈ ਬੀਜੇਪੀ ਦੇ ਨਾਲ ਹੈ। ਇਸ ਚੀਜ਼ ਨੂੰ ਭਾਵੇਂ ਬੀਜੇਪੀ ਸਾਡੀ ਫੋਟੋ ਪਾਉਂਦੀ ਹੈ, ਜਿਹੜੇ ਸੰਸਾਰ ਨੇ, ਭਾਵੇਂ ਦੀਪ ਸਿੱਧੂ ਦੀ ਫੋਟੋ ਪਾਉਂਦੀ ਆ, ਇੰਨੇ ਲੀਡਰਾਂ ਦੀਆਂ ਲੋਕ ਪਿੱਛੇ ਦਿਨਾਂ ਤੋਂ ਫੋਟੋਆਂ ਤੇ ਬਹੁਤ ਚਰਚਾ ਕਰਦੇ ਸੀ। ਉਹ ਇਸ ਕਰਕੇ ਫੋਟੋਆਂ ਦੇ ਨਾਲ ਨਹੀਂ ਹੁੰਦਾ, ਜੋ ਬਣਦੀ ਕਾਰਵਾਈ ਆ ਉਹ ਤੇ ਖੜਨਾ ਪਊਗਾ। ਇੱਕ ਜਥੇਬੰਦੀਆਂ ਵੱਲੋਂ, ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇਹ ਵੀ ਕਿਹਾ ਗਿਆ ਹੈਗਾ ਵੀ ਸਾਨੂੰ ਇਦਾਂ ਲੱਗਦਾ ਵੀ ਇੱਕ ਸਿੰਘ ਜਾ ਕੇ ਸਾਨੂੰ ਵੇਚ ਆਇਆ ਉੱਥੇ। ਦੇਖੋ, ਉਹ ਤਾਂ ਸਤਿਗੁਰ ਜਾਣਦੇ ਆ, ਕੋਈ ਕਿਸੇ ਨੂੰ ਸਰਟੀਫਿਕੇਟ ਨਹੀਂ ਮੰਨਣ ਲੱਗਿਆ। ਪਹਿਲਾਂ ਦੀਪ ਸਿੱਧੂ ਵੇਚ ਆਈ ਸਾਰਾ ਅੰਦੋਲਨ। ਇਸ ਕਰਕੇ ਇਹ ਗੱਲ ਨਹੀਂ ਹੁੰਦੀ, ਨਿਯਾਮ ਨਾ ਕਿਸ ਤੋਂ ਲਾ। ਇਹ ਕੌਣ ਹੁੰਦੇ ਆ? ਇਹਨਾਂ ਦੀਆਂ ਸਾਰੀਆਂ, ਜੇ ਫੋਟੋ ਨਾਲ ਵਿਕਣ ਲੱਗ ਜਾਣ ਅੰਦੋਲਨ, ਤੇ ਰਾਜੇਵਾਲ ਕੋਲੇ, ਸਾਰਿਆਂ ਦੀ ਨੈਟ ਤੇ ਫੋਟੋਆਂ ਨੇ। ਇੱਕ ਬਾਬਾ ਜੀ, ਜਿਹੜਾ ਪਿੰਕੀ ਕੈਟ ਤੇ ਕਿਹਾ ਜਾਂਦਾ ਵੀ ਉਹ, ਕਿਉਂਕਿ ਇੱਕ ਤਰ੍ਹਾਂ ਦਾ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਸਮੇਲ ਸੈਣੀ ਤੇ ਆਪਾਂ ਕਹੀਏ ਪਿੰਕੀ ਕੈਟ ਉਸ ਸਮੇਂ ਦੇ ਮੁੱਖ ਮੰਤਰੀ ਮੌਜੂਦਾ ਪੰਜਾਬ ਦੇ ਹਨ, ਇਹਨਾਂ ਤੇ ਕਾਫੀ ਵੱਡੇ ਇਲਜ਼ਾਮ ਲੱਗਦੇ ਰਹੇ। ਉਹ ਕਹਿੰਦੇ ਵੀ ਕਿਸ ਤਰ੍ਹਾਂ ਬਾਬਾ ਜੀ ਨੂੰ ਮਿਲਿਆ, ਇਹ ਬੜਾ। ਅਸੀਂ ਪਹਿਲਾਂ ਸਾਰੇ ਸੰਸਾਰ ਨੂੰ ਕਲੀਅਰ ਕਰ ਚੁੱਕੇ ਹਾਂ ਵੀ ਇਹ ਦਲ ਪੰਥ ਹੈ। ਉਹ ਪਹਿਲਾਂ ਦਲ ਪੰਥ ਦੇ ਵਿੱਚ ਵਿਚਰਦੇ ਨੇ, ਬਾਬਾ ਸਰਜੀਤ ਸਿੰਘ ਜੀ ਦੇ ਨਾਲ ਵਿਚਰਦੇ ਨੇ। ਸਾਨੂੰ ਇਸ ਗੱਲ ਦਾ ਬਿਲਕੁਲ ਕਲੀਅਰ ਕਰ ਚੁੱਕੇ ਹਾਂ। ਇੱਥੇ ਦਿੱਲੀ ਆਏ ਸੀ ਪਿੰਕੀ ਕੈਟ? ਇੱਥੇ ਆਏ ਸੀ ਜਦ ਹੀ ਚੱਲ ਗਏ ਸੀ। ਇੱਥੇ ਆਏ ਸੀ ਜਿੱਥੇ ਬੈਠੇ ਹੋ ਤੁਸੀਂ? ਇੱਥੇ ਬਾਹਰ ਆਏ ਸੀ। ਦੂਜੀਆਂ ਜਥੇਬੰਦੀਆਂ ਕਹਿੰਦੀਆਂ ਕਿ ਬਾਬਾ ਜੀ ਨੂੰ ਕਲੀਅਰ ਕਰ ਦੇਣੀ ਚਾਹੀਦੀ ਹੈ ਕਿ ਇਹੋ ਜਿਹਾ ਜਿਹੜਾ ਮਤਲਬ ਰੋਲ ਰਿਹਾ ਹੋਵੇ ਸਿੱਖਾਂ ਪ੍ਰਤੀ, ਜਿੰਦਾ ਕਿਰਦਾਰ ਰਿਹਾ ਹੋਵੇ, ਉਹਦੇ ਨਾਲ ਸੰਬੰਧ ਕਿਉਂ? ਸਾਡੀ ਸੰਗਤ ਆ ਨਾ ਜਿਹੜੀ ਸ਼ੰਕਾ ਕਰਦੀ ਹੈ ਗੁਰੂ ਦੇ ਬਾਣੇ ਤੇ, ਉਹ ਆਪ ਕਲੀਅਰ ਕਰੇ। ਠੀਕ ਹੈ ਨਾ? ਜੇ ਆਪਾਂ ਕਿਸੇ ਦੀ ਅਨਕਵਾ, ਦੇਖੋ ਜਦੋਂ ਬਾਬੇ ਅਮਨ ਸਿੰਘ ਦੇ ਘਰ ਤੱਕ ਜਾ ਕੇ ਸੰਸਾਰ ਨੇ ਇੰਨਾ ਕੁਝ ਕਢਾ ਲਿਆ, ਤੇ ਇਹ ਵੀ ਕਲੀਅਰ ਕਰ ਲਏ ਸੰਸਾਰ। ਇੱਕ ਚੀਜ਼ ਹੋਰ ਆ, ਕਹਿੰਦੇ ਆ ਕਿ ਬਾਬਾ ਅਮਨ ਸਿੰਘ ਜੀ ਕੋਲ ਸਬੂਤ ਰੱਖਦੇ ਆ। ਜਦੋਂ ਤੁਹਾਡੀ ਉਹ ਵੀਡੀਓ ਇੱਕ ਆਈ ਸੀਗੀ ਪਿਛਲੇ ਦਿਨੀ, ਜਿਹੜੀ ਉਹ ਕੁੱਟਮਾਰ ਹੋਈ ਸੀ, ਬਾਅਦ ਚ ਇੱਕ ਨੰਬਰ ਵੀ ਜਾਰੀ ਹੁੰਦਾ, ਇਹਦੀ ਵੀ ਵੀਡੀਓ ਹੈਗੀ ਆ ਜਿਹੜੀ ਇਹ ਕੁੱਟਮਾਰ ਹੋਈ ਹੋਊਗੀ, ਵੀ ਕਿੰਦੇ ਵੱਲੋਂ ਉਹਨਾਂ ਦੀ ਦਸਤਾਰ ਲਾਈ ਗਈ ਆ। ਕਿਸੇ ਨੇ ਤਾਂ ਵੀਡੀਓ ਬਣਾਈ ਹੋਣੀ। ਅਸੀਂ ਮੈਂ ਨਾ ਸੰਸਾਰ ਨੂੰ, ਸੰਗਤ ਨੂੰ ਕਲੀਅਰ ਕਰਨਾ ਵੀ ਅਸੀਂ ਤਾਂ ਪਵਾਉਣ ਵਾਲਿਆਂ ਚੋਂ ਆ, ਅਸੀਂ ਤਾਰਨ ਵਾਲਿਆਂ ਚੋਂ ਨਹੀਂ ਹੈਗੇ। ਨਹੀਂ, ਤਾਰਨ ਵਾਲਿਆਂ ਚੋਂ ਨਹੀਂ ਤੁਸੀਂ, ਇਹ ਨਹੀਂ ਮੈਂ ਗੱਲ ਕਹਿੰਦਾ ਜੀ। ਤਾਰਿਆ ਤੇ ਉਹੀ ਅਸੀਂ ਕਹਾਂਗੇ ਵੀ ਉਹ ਵੀ ਸਤਿਕਾਰ ਦੇ ਨਾਲ ਉਹ ਸਿੰਘ ਨੂੰ ਬਾਣਾ ਪਵਾ ਦੇਣ, ਤੇ ਉਹ ਸਾਡਾ ਆਪਣਾ ਸਿੰਘ ਹੈ। ਇਹ ਵੀ ਸਾਡੇ ਆਪਣੇ, ਜਿੰਨੇ ਵੀ ਬਾਣੇ ਵਾਲੀ ਫੌਜ ਆ ਉਹ ਸਾਡੀ ਹੈ, ਉਹ ਸਾਡੇ ਘਰ ਦਾ ਇਹਨਾਂ ਦਾ ਮਸਲਾ ਹੈ। ਕੋਈ ਗੱਲ ਹੋ ਗਈ ਮਾੜੀ ਮੁੱਟੀ, ਪਰ ਇੰਟਰਨੈਟ ਤੇ ਨਹੀਂ ਪਾਉਣੀ ਚਾਹੀਦੀ। ਲੱਗਦਾ ਵੀ ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚ ਆਪਸ ਵਿੱਚ ਉਹ ਫੁੱਟ ਪੈਣ ਦੀ ਕੋਸ਼ਿਸ਼ ਹੈ। ਕਿਉਂ ਕਹਿਣ ਦਾ ਭਾਵ, ਉਹ ਇਹ ਕਾਮਰੇਡ ਨੇ ਜਿਹੜੇ ਬੀਜੇਪੀ ਹੈ, ਇਹਨਾਂ ਨਾਲ ਸਾਡੀ ਸਿੱਧੀ ਟਾਈ ਹੈ, ਹੋਰ ਇਹਦੇ ਵਿੱਚ ਕੁਝ ਨਹੀਂ ਹੈਗਾ। ਇਸ ਟਾਈਮ ਇੱਥੇ ਜਿਹੜੇ ਸਾਡੇ ਬੀਜੇਪੀ ਖੜੀ ਆ, ਪਿੱਛੇ ਕਾਮਰੇਡ ਨੇ। ਜਿਹੜਾ ਕਿਸਾਨੀ ਅੰਦੋਲਨ ਦੇ ਨਾਂ ਤੇ ਇੱਥੇ ਆਏ ਸੀ, ਸਿੱਖ ਵਰਸਸ ਕਾਮਰੇਡ ਬਣਦਾ ਜਾਂਦਾ। ਉਹ ਫਿਰ ਉਹਨਾਂ ਨੇ ਬਣਾਉਣਾ, ਇਸ ਕਰਕੇ ਉਹਨਾਂ ਨੇ ਬਣਾਉਣਾ ਕਿ ਨੌਜਵਾਨ ਜਿਹੜੀ ਪੀੜ੍ਹੀ ਆ ਉਸ ਚੀਜ਼ ਨੂੰ ਸੀਰੀਅਸ ਨਹੀਂ ਲੈ ਰਹੀ। ਅੰਦੋਲਨ ਨੂੰ ਲੀਡਰ ਨੇ ਉਹ ਸਮਾਂ ਪਾਸ ਕਰ ਰਹੇ ਨੇ। ਰਾਤ ਨੂੰ ਕੁੱਤੇ ਸਟੇਜਾਂ ਤੇ ਪਏ ਹੁੰਦੇ ਆ, ਰਾਤ ਨੂੰ ਕੁੱਤੇ ਪਏ ਹੁੰਦੇ ਆ ਸਟੇਜਾਂ ਤੇ ਜਾ ਕੇ ਦੇਖਣਾ। ਇੱਕ ਬਾਬਾ ਅਮਨ ਸਿੰਘ ਜੀ, ਇੱਕ ਧਿਆਨ ਰੱਖੋ ਵੀ ਜਿਹੜੇ ਬੀਪੀ ਦੀਆਂ ਗੋਲੀਆਂ ਖਾਂਦੇ ਆ, ਸ਼ੂਗਰ ਦੀਆਂ ਗੋਲੀਆਂ ਖਾਂਦੇ ਆ, ਉਹ ਅੰਦੋਲਨ ਨੂੰ ਕਦੇ ਕਾਮਯਾਬ ਨਹੀਂ ਕਰ ਸਕਣਗੇ। ਨੌਜਵਾਨਾਂ ਨੂੰ ਖੁਦ ਉੱਠ ਕੇ ਆਪਣੇ ਫੈਸਲੇ ਆਪ ਕਰਨੇ ਪੈਣੇ ਆ। ਬੜੇ ਪੰਜਾਬ ਦੇ ਬੜੇ ਮਸਲੇ ਨੇ ਬਾਬਾ ਜੀ। ਨੌਜਵਾਨਾਂ ਦਾ ਇਹ ਆ ਵੀ ਨੌਜਵਾਨ ਵੀ ਆਉਣ ਨੂੰ ਤਿਆਰ ਨੇ, ਪਰ ਜਦੋਂ ਇੱਥੇ ਆਪ ਦੇ ਵਿੱਚ ਹੀ ਰੌਲਾ ਪੈ ਜਾਂਦਾ, ਕਿਤੇ ਕਾਮਰੇਡ ਸਿੱਖਾਂ ਦਾ ਪੈਂਦਾ, ਉਹ ਨੌਜਵਾਨ ਵੀ ਕੀ ਕਰਨ? ਉਹ ਚੀਜ਼ ਨੂੰ ਅਸੀਂ ਮੀਡੀਆ ਕਿੰਨਾ ਦਾ, ਮੀਡੀਆ ਸਾਡੇ ਪੰਜਾਬ ਦਾ ਭਲਾ ਚਾਹੁੰਦਾ, ਸਾਰਾ ਪੰਜਾਬ। ਕਿਉਂ ਦੇਖੋ, ਮੀਡੀਆ ਇੱਕ ਪੂਰਤੀ ਦਾ ਸਾਧਨ ਹੈ, ਅਖਬਾਰ ਇੱਕ ਪੂਰਤੀ ਦਾ ਸਾਧਨ, ਢਿੱਡ ਪੂਰਤੀ ਦਾ ਸਾਧਨ ਆ। ਪਰ ਮੇਨ ਧਿਆਨ ਰੱਖਿਓ ਵੀ ਸਾਡੀ ਜਿਹੜੀ ਲੜਾਈ ਆ ਉਹ ਕੁੱਲ ਸੰਸਾਰ ਦੀ ਆ, ਪਰ ਸਾਡਾ ਅੱਜ ਪੰਜਾਬ ਦੇ ਜਾਂ ਸਾਡੇ ਇੰਤੂ ਪ੍ਰਿੰਤੂ ਲੋਕ ਕਰਦੇ ਫੋਟੋਆਂ ਪਿੱਛੇ ਜੰਗ ਛੇੜ ਲੈਂਦੇ ਹੁੰਦੇ ਆ। ਫੋਟੋ ਕੁਝ ਕੁ ਇਹ ਕਹਿ ਰਹੇ ਨੇ ਕਿ ਬਾਬਾ ਅਮਨ ਸਿੰਘ ਜੀ ਜਿਹੜਾ ਨਾਮ, ਜਿਹੜਾ ਬੜਾ ਚਰਚਾ ਦਾ ਵਿਸ਼ਾ ਬਣਦਾ ਜਾਂਦਾ, ਉਹ ਕਹਿੰਦੇ ਕਿ ਇਹਨਾਂ ਨੂੰ ਇੱਥੋਂ ਉੱਠ ਜਾਣਾ ਚਾਹੀਦਾ। ਜਥੇਬੰਦੀਆਂ ਦੇ ਵੀ ਬਿਆਨ ਆਏ, ਤੁਸੀਂ ਤੁਹਾਡੇ ਕੋਲ ਪਹੁੰਚੇ ਹੀ ਆ ਸਾਰੇ, ਤੁਹਾਡੀਆਂ ਜਥੇਬੰਦੀਆਂ ਦੇ ਆਏ ਤੇ ਕਿਸਾਨ ਜਥੇਬੰਦੀਆਂ ਦੇ ਆਏ। ਬਾਬਾ ਮਾਨ ਸਿੰਘ ਜੀ ਹਜ਼ੂਰ ਸਾਹਿਬ ਬਹਿ ਕੇ ਵੀ ਇੱਕ ਵੀਡੀਓ ਕਰਦੇ ਕਿ ਸਾਡੇ ਨਾਲ ਕੋਈ ਨਾਤਾ ਨਹੀਂਗਾ। ਦੇਖੋ, ਮੈਂ ਉਹਨਾਂ ਨੂੰ ਕਹਿ ਨਹੀਂ ਸਕਦਾ, ਠੀਕ ਹੈ, ਉਹ ਸਾਡੇ ਵੱਡੇ ਬਜ਼ੁਰਗ ਨੇ, ਉਹ ਕੁਝ ਵੀ ਕਹਿ ਦੇਣਾ, ਉਹ ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਉਹ ਗੱਦੀ ਹੈ, ਉਹ ਗੱਦੀ ਤੇ ਬੈਠੇ ਨੇ, ਗੱਦੀ ਨੂੰ ਸੀਸ ਚਿਕਦਾ ਰਹੂਗਾ।
ਅੰਦੋਲਨ 'ਚ ਬੈਠੇ ਆ। ਭਾਵੇਂ ਸਾਰਾ ਸੰਸਾਰ ਮਾੜਾ ਆਖੀ ਜਾਵੇ, ਸਤਿਗੁਰਾਂ ਦੀ ਜਿਹੜੀ ਗੱਦੀ ਆ ਨਾ, ਉਹ ਬਾਬਾ ਮਾਨ ਸਿੰਘ ਜੀ ਬੈਠੇ ਆ ਮਾਤਾ ਸਾਹਿਬ ਦੇ ਬਾਈ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਕੇ ਤੁਰੇ ਹੋਏ ਆ। ਜਿੰਨਾ ਚਿਰ ਬਾਬਾ ਜੀ ਬੈਠੇ ਨੇ ਉਹਨਾਂ ਦੇ ਚਰਨਾਂ 'ਚ ਹੀ ਰਵਾਂਗੇ, ਭਾਵੇਂ ਕੋਈ ਬੀਜੇਪੀ ਨਾਲ ਸਾਬਤ ਕਰੀ ਜਾਵੇ, ਭਾਵੇਂ ਕਿ ਜਿੱਦਾਂ ਵੀ ਜਿਹੜਾ ਮਰਜ਼ੀ ਇੱਕ ਜਿਹੜਾ ਸੰਧੂ ਨਾਮ ਦਾ ਬੰਦਾ ਸੀ, ਉਹ ਕਲੀਅਰ ਹੋਇਆ। ਜਿਹੜਾ ਸਭ ਤੋਂ ਵੱਡਾ ਸਵਾਲ ਆ, ਹਾਂਜੀ। ਤੁਸੀਂ ਇੱਕ ਇਹ ਵੀ ਬਿਆਨ ਦਿੱਤਾ ਸੀ ਵੀ ਅਸੀਂ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਦੇ ਕੇ ਆਏ। ਉਹ ਕਲੀਅਰ ਕਰ ਚੁੱਕਿਆ ਸੀ। ਉਹ ਤਸਵੀਰਾਂ, ਉਹ ਮੰਗ ਪੱਤਰ ਕੁਛ ਹੈ ਤੁਹਾਡੇ ਕੋਲੇ? ਕੌਣ ਤੁਹਾਡੇ ਨਾਲ ਗਿਆ ਸੀ, ਕਿਹੜਾ ਵਕੀਲ ਸੀ? ਦੇਖੋ ਉਹਦੀ ਲੜਾਈ ਅਸੀਂ ਪਹਿਲਾਂ ਵੀ ਸਾਰੇ ਗੱਲ ਨੂੰ ਕਈ ਜਥੇਬੰਦੀਆਂ ਸਾਨੂੰ ਪੁੱਛਦੇ ਨੇ ਵੀ ਸਾਨੂੰ ਸਵਾਲ ਨਹੀਂ, ਬਾਬਾ ਅਮਰ ਸਿੰਘ ਜੀ ਪੁੱਛ ਕੇ ਨਹੀਂ ਗਏ। ਇਹ ਜਦੋਂ ਨਾ ਇਹ ਜਥੇਬੰਦੀਆਂ ਨੇ, ਬਾਬਾ ਮਾਨ ਸਿੰਘ ਜੀ ਦੇ ਨਾਲ ਕੋਈ ਜਥੇਬੰਦੀ ਚੜ੍ਹਦੇ ਨਹੀਂ ਹੁੰਦੀ, ਸਾਡੇ ਨਾਲ ਕੋਈ ਵੀ ਨਹੀਂ ਸੀ ਚੜ੍ਹਦਾ ਹੁੰਦਾ, ਅਸੀਂ ਇਕੱਲੇ ਮਾਲਾ ਕੱਢਦੇ ਹੁੰਦੇ ਸੀ। ਜਦ ਨਹੀਂ ਸਾਨੂੰ ਕਿਸੇ ਨੇ ਪੁੱਛਿਆ, ਤੇ ਹੁਣ ਅਸੀਂ ਜਿਹੜੀ ਕਾਨੂੰਨੀ ਕਾਰਵਾਈ ਕਰਦੇ ਆ ਉਹ ਸਾਡਾ ਆਪਣਾ ਪਿਓ ਹੈ। ਅਸੀਂ ਗੁਰੂ ਸਾਹਿਬ ਨੂੰ ਆਪਣਾ ਹਜ਼ਰਮੰਦ ਪਿਓ ਮੰਨਦੇ ਆ। ਉਹ ਇਹ ਜ਼ਰੂਰੀ ਨਹੀਂ ਹੁੰਦਾ ਵੀ ਜਾਂ ਸਾਡੇ ਜਥੇਦਾਰਾਂ ਦੀ ਜ਼ਿੰਮੇਵਾਰੀ ਆ ਜਾਂ ਜਿਹੜੇ ਲੋਕ ਤਖਤਾਂ ਤੇ ਬੈਠੇ ਉਹਨਾਂ ਦੀ ਜ਼ਿੰਮੇਵਾਰੀ ਆ। ਉਹ ਭਾਵੇਂ ਇੱਕ ਗਰੀਬ ਘਰ ਦਾ ਹੀ ਹੋਵੇ, ਜਿਹਨੂੰ ਗੁਰੂ ਨਾਲ ਪ੍ਰੇਮ ਆ ਉਹ ਕਾਰਵਾਈ ਕਰੂਗਾ। ਇਸ ਕਰਕੇ ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ। ਉਹਦੀ ਕੋਈ ਤਸਵੀਰ ਹੈਗੀ ਜਿਹੜਾ ਮੰਗ ਪੱਤਰ ਤੁਸੀਂ ਦਿੱਤਾ? ਹਾਂਜੀ, ਅਸੀਂ ਉਹ ਸਾਰਾ ਕਲੀਅਰ ਕਰ ਚੁੱਕੇ ਹਾਂ, ਸਾਰਾ ਸੰਸਾਰ ਨੂੰ। ਹੈ ਤੁਹਾਡੇ ਕੋਲ? ਹਾਂਜੀ ਹੈਗੇ ਆ ਜੀ, ਉਹ ਸਾਰਾ ਕਲੀਅਰ ਕਰ ਚੁੱਕੇ ਆ। ਇਸ ਕਰਕੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀਆਂ ਦਾ ਬਾਕੀ ਜਥੇਬੰਦੀਆਂ ਕਹਿੰਦੀਆਂ ਤੇ ਬਾਬਾ ਮਾਨ ਸਿੰਘ ਜੀ ਵੀ ਕਹਿੰਦੇ ਆ ਕਿ ਤੁਹਾਨੂੰ ਜਿਹੜਾ ਹੈਗਾ ਇੱਥੋਂ ਚਲੇ ਜਾਣਾ ਚਾਹੀਦਾ, ਕੀ ਤੁਸੀਂ ਉਹ ਗੱਲਾਂ ਮੰਨੋਗੇ? ਦੇਖੋ ਪੰਥ ਆ ਇਹ, ਅਸੀਂ ਪੰਥ ਤੋਂ ਕਦੇ ਵੀ ਨਹੀਂ, ਸੰਗਤ ਸੰਸ ਰੂਪੀ ਹੈ ਬਾਬਾ ਜੀ। ਜੇ ਸਾਡੇ 'ਚ ਕੋਈ ਕਸੂਰ ਹੋਊਗਾ ਸਾਨੂੰ ਬਹਿ ਕੇ ਕਲੀਅਰ ਕਰ ਦੇਣ, ਅਸੀਂ ਫਤਿਹ ਬੁਲਾ ਕੇ ਆਪਣੇ ਘਰ ਚੱਲ ਜਾਾਂਗੇ, ਜੰਗਲ 'ਚ ਚੱਲ ਜਾਾਂਗੇ ਜਿੱਥੋਂ ਆਏ ਸੀ। ਸਾਡਾ ਤਾਂ ਰੌਲਾ ਹੀ ਨਹੀਂ ਕਿਸੇ ਨਾਲ। ਦੇਖੋ ਜਦੋਂ ਵੀ ਲੜਾਈ ਹੋਈ ਆ ਨਾ, ਹੱਕ ਤੇ ਝੂਠ ਦੀ ਹੋਈ ਆ, ਸਾਡੀ ਤਾਂ ਕਦੇ ਲੜਾਈ ਇਤਿਹਾਸ ਚੱਕ ਲਓ ਪਿੱਛੋਂ, ਜਦੋਂ ਵੀ ਲੜਾਈ ਹੋਈ ਆ ਜ਼ੁਲਮ ਦੇ ਨਾਲ ਹੋਈ ਆ। ਜ਼ੁਲਮ ਤੋਂ ਬਗੈਰ ਕਦੇ ਸਿੰਘਾਂ ਨੇ ਲੜਾਈ ਨਹੀਂ ਕੀਤੀ। ਪਰ ਸਮਾਂ ਕੀ ਆ, ਸਮੇਂ ਦੀਆਂ ਸਰਕਾਰਾਂ, ਕਾਮਰੇਡ ਲਾਣਿਆਂ ਨੇ ਸਿੰਘਾਂ ਨੂੰ ਬਦਨਾਮ ਕੀਤਾ ਹੈ। ਉਹ ਹੁਣ ਇੱਕ ਕਾਮਰੇਡ ਸਾਨੂੰ ਕਹੀ ਜਾਂਦਾ ਹੈ ਵੀ ਪਿੰਡਾਂ ਇਹ ਵੀ ਤੁਸੀਂ ਇਹਨਾਂ ਤੋਂ ਭਾਲਦੇ ਹੋ ਜਿਹੜੇ ਇੰਦਰਾ ਦੇ ਆ ਜਾਂ ਬੀਜੇਪੀ ਦੇ ਆ, ਇਹ ਤਾਂ ਪਿੰਡਾਂ 'ਚੋਂ ਪੱਠੇ ਵੱਢ ਲੈਂਦੇ ਆ, ਤੂੜੀ ਚੱਕ ਲੈਂਦੇ ਚੋਰੀਆਂ। ਜਿਹੜੀਆਂ ਜ਼ਮੀਨਾਂ 'ਚ ਪੱਠੇ ਬੀਜੀ ਫਿਰਦਾ ਇਹਨਾਂ ਦੇ ਪਿਓ ਨੇ ਨਹੀਂ ਦਿੱਤੀਆਂ, ਉਹ ਪੰਥ ਨੇ ਦਿੱਤੀਆਂ ਹੋਈਆਂ ਨੇ। ਧਿਆਨ ਰੱਖੇ ਸੰਸਾਰ। ਉਹ ਲੀਡਰ ਨੂੰ ਕਲੀਅਰ ਕਰਨਾ ਕਿ ਚਾਹੁੰਦੇ ਆ, ਜਿਹੜਾ ਉਹ ਕਾਮਰੇਡ ਹੈ ਉਹਨੇ ਸੱਦਾ ਮਾਰ ਕੇ ਪਹਿਲਾਂ ਨੌਜਵਾਨ ਪੀੜ੍ਹੀ ਲਾਲ ਕਿਲੇ ਲਿਜਾ ਕੇ ਬਾੜੀ ਸੀ, ਉਦੋਂ ਭੱਜ ਗਿਆ। ਜੇ ਖੜਨ ਵਾਲਾ ਸੀ ਤਾਂ ਖੜਦੇ, ਉਰੇ ਸਾਡੇ ਕੋਲੇ ਆ ਕੇ ਸਵਾਲ ਕਰ। ਜਿਹਨੇ ਸਾਡੇ ਕੋਲੇ ਕਰਨਾ ਸਾਡੇ ਕੋਲੇ ਆ ਕੇ ਸਵਾਲ ਕਰੇ। ਕਿਸੇ ਤੇ ਇੰਤੂ ਪ੍ਰਿੰਤੂ ਕਰਨ ਦਾ ਭਾਵ ਵੀ ਅੰਦੋਲਨ ਨੂੰ ਢਾਹ ਨਾ ਲਾਈ ਜਾਵੇ ਕਿਸੇ ਦੇ। ਇੱਕ ਚੀਜ਼ ਦਾ ਸਵਾਲ ਵੀ ਉੱਠ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ ਹੋਈ ਨਹੀਂ ਸੀ, ਫਿਰ ਇਹ ਲੋਕ ਕਰਨੇ ਨੇ 2015 ਤੋਂ ਲੈ ਕੇ ਹੁਣ ਤੱਕ, ਇਹੀ ਕਹਿ ਸਕਦੇ ਆ। ਜਿਹੜੇ ਉਹ ਪ੍ਰਚਾਰਕਾਂ ਵੱਲੋਂ ਇਹ ਚੀਜ਼ਾਂ ਉਠਾਈਆਂ ਜਾ ਰਹੀਆਂ, ਕਿਵੇਂ ਦੇਖਦੇ ਹੋ? ਉਹ ਦੇਖੋ ਉਹਨਾਂ ਨੂੰ ਗੁਰੂ ਨਾਲ ਪ੍ਰੇਮ ਨਹੀਂ ਹੈਗਾ। ਉਹਨਾਂ ਦਾ ਜਿਹੜੇ ਪ੍ਰਚਾਰਕ ਨੇ ਉਹ ਢਿੱਡ ਪੂਰਤੀ ਦਾ ਸਾਧਨ ਨੇ, ਉਹਨਾਂ ਦਾ ਤੋਰੀ ਫੁਲਕਾ ਚੱਲਦਾ। ਜਿਹੜੇ ਗੁਰੂ ਨੂੰ ਪ੍ਰੇਮ ਕਰਦੇ ਆ ਉਹ ਕਦੇ ਨਹੀਂ ਕਹਿ ਸਕਦੇ। 2015 ਤੋਂ ਲੈ ਕੇ ਦੱਸੋ ਕਿੰਨੇ ਪ੍ਰੂਫ ਦੇ ਦਈਏ? ਬਾਬਾ ਜੀ ਜਿਹੜੇ ਪ੍ਰਚਾਰਕ ਇਹ ਵੀ ਕਹਿ ਰਹੇ ਨੇ ਵੀ ਸਰਬ ਲੋਕ ਪੋਥੀ ਅਲੱਗ ਹੈ, ਗੁਰੂ ਗ੍ਰੰਥ ਸਾਹਿਬ ਅਲੱਗ ਆ, ਮਤਲਬ ਵੀ ਉਦਾਂ ਉਹ ਦੋਨੇ ਚੀਜ਼ਾਂ ਨੂੰ ਕੰਟਰੋਵਰਸ਼ਲ ਬਣਾ ਰਹੇ, ਵੀਡੀਓ ਵਾਲੀ ਚੀਜ਼। ਨਹੀਂ ਇਹ ਇਦਾਂ ਨਹੀਂ ਹੁੰਦਾ ਪੁੱਤਰ ਜੀ। ਜੋ ਸਾਡੇ ਨਿਹੰਗਾਂ ਸਿੰਘਾਂ ਦੇ ਪੜਾਅ ਨੇ, ਉੱਥੇ ਆਦਿ ਦਰਬਾਰ, ਸਰਬਲੋਕ ਦਰਬਾਰ, ਦਸਮ ਦਰਬਾਰ, 3 ਦਰਬਾਰ ਪ੍ਰਕਾਸ਼ ਹੁੰਦੇ ਆ। ਸਾਡੀ 3 ਦਰਬਾਰਾਂ ਪ੍ਰੀਤੀ ਸ਼ਰਧਾ ਭਾਵਨਾ ਹੈ ਜੀ। ਹੁਣ ਕੋਈ ਗੀਤਾ ਤੇ ਸ਼ਰਧਾ ਰੱਖਦਾ, ਕੋਈ ਕੁਰਾਨ ਤੇ ਰੱਖਦਾ, ਕੋਈ ਆਦਿ ਦਰਬਾਰ ਤੇ ਰੱਖਦਾ, ਕੋਈ ਸਰਬਲੋਕ ਤੇ ਰੱਖਦਾ, ਕੋਈ ਦਸਮ ਤੇ। ਪਰ ਨਿਹੰਗਾਂ ਸਿੰਘਾਂ ਦੇ ਪ੍ਰਾਤਨ ਸਮੇਂ ਦੀ ਇਹ ਮਰਿਆਦਾ ਚੱਲੀ ਜਾਂਦੀ ਹੈ। ਇਹ ਮਰਿਆਦਾ ਜਿਹੜੀ ਪੰਥ ਦੀ ਮਰਿਆਦਾ, ਇਸ ਕਰਕੇ ਜੋ ਪ੍ਰਚਾਰ ਨੇ, ਜਿੰਨੀ ਕਿ ਸੋਝੀ ਦੇ ਮਾਲਕ ਹੈਗੇ ਨੇ, ਉਹ ਆਪਣਾ ਕਲੀਅਰ ਕਰੀ ਜਾਂਦੇ ਆ ਸੰਸਾਰ ਨੂੰ। ਬਾਬਾ ਜੀ ਇੱਕ ਕੀ ਤੁਹਾਨੂੰ ਸਾਰੇ ਕਿਸਾਨ ਲੀਡਰ ਜਿਹੜਾ ਹੈਗਾ ਲੱਗਦਾ ਮਾੜੇ ਨੇ, ਤੇ ਜਾਂ ਵਿੱਚ ਇਹਨਾਂ ਦੇ ਨਹੀਂ ਸਾਰੇ ਪੰਜੇ ਉਂਗਲਾਂ ਕਦੇ ਇੱਕੋ ਸਾਰ ਨਹੀਂ ਹੁੰਦੀਆਂ। ਮਾੜੇ ਉਹ ਹੋਣਗੇ ਜਿਹੜੇ ਹੁਣ ਸਾਡੀਆਂ ਫੋਟੋਆਂ ਪਾਉਂਦੇ ਆ, ਜਿਹੜੇ ਇਸ ਅੰਦੋਲਨ ਨੂੰ ਢਾਹ ਲਾਉਣਾ ਚਾਹੁੰਦੇ ਆ। ਸਾਡੇ 10 ਮਹੀਨੇ ਉਦਨੇ ਪਾਉਂਦੇ ਜਾਂ ਸਾਰੀ ਫੌਜ ਦੀਆਂ ਪਾਉਂਦੇ। ਅਸੀਂ ਨਾਮ ਦੱਸਦੇ ਆ, ਬਹਾਦਰ ਸਿੰਘ, ਰਵੀ ਸਿੰਘ, ਲਸਨ ਸਾਰੀ ਫੌਜ ਗਈ, ਸਾਡੇ ਨਾਲ ਹਾਕਮ ਸਿੰਘ। ਅਸੀਂ ਨਹੀਂ ਪਰਵਾਹ ਕਰਦੇ ਕਿਸੇ ਗੱਲ ਦੀ, ਪਰ ਅਸੀਂ ਇਹ ਕਵਾਂਗੇ ਵੀ ਜਵਾਨੋ ਇਸ ਮੋਰਚੇ ਨੂੰ ਸੰਭਾਲ ਲਓ। ਬਾਬਾ ਜੀ ਇੱਕ ਆਉਣ ਵਾਲਾ ਸਮਾਂ ਤੁਹਾਡੀਆਂ ਨਸਲਾਂ ਤੇ ਨਸਲਾਂ ਦਾ ਰਹਿ ਗਿਆ ਹੋਣਾ। ਕਹਿੰਦੇ ਕਿ ਫੌਜ ਬਹੁਤ ਆ ਰਹੀ ਹੈ ਇੱਥੇ। ਬਿਲਕੁਲ ਆ ਰਹੀ ਹੈ। ਕਿਹੜੀ ਫੌਜ ਆਉਂਦੀ ਹੈ ਸਾਨੂੰ ਕਲੀਅਰ? ਫੌਜਾਂ ਦੋ ਨੇ, ਇੱਕ ਤਾਂ ਕਲਗੀਧਰ ਪਾਤਸ਼ਾਹ ਦੀ, ਇੱਕ ਬਾਬੇ ਬਾਬਰ ਕਿਆਂ ਦੀ ਹੈ। ਤੁਹਾਡੇ ਸਿੰਘਾਂ ਤੋਂ ਪਤਾ ਲੱਗਿਆ ਕਿ ਫੌਜ ਚੜ੍ਹ ਕੇ ਆ ਰਹੀ ਹੈ, ਸਿੰਘਾਂ ਦੀ ਫੌਜ ਆ ਰਹੀ ਹੈ ਇੱਥੇ। ਜਿਹੜੀ ਨਫਰੀ ਜਿਹੜੀ ਸਿੰਘਾਂ ਦੀ ਵਧਾਈ ਜਾ ਰਹੀ ਹੈ, ਮੰਨ ਲਓ ਸਿੰਘ ਤੁਹਾਡੇ ਸਿੰਘਾਂ ਦੀ ਫੌਜ, ਨਿਹੰਗ ਸਿੰਘ ਜਥੇਬੰਦੀਆਂ ਤੁਹਾਡਾ ਮੰਨ ਲਓ, ਕਿਉਂਕਿ ਕੱਲ ਦੇ ਤੁਹਾਡੇ ਤੇ ਲਗਾਤਾਰ ਇਲਜ਼ਾਮ ਲੱਗੇ ਆ। ਕੱਲ ਨਹੀਂ ਕੋਈ ਵੀ ਭਾਵੇਂ ਫੌਜ, ਦੇਖੋ ਫੌਜ ਆਊਗੀ ਚੜ੍ਹ ਕੇ ਆਵੇ। ਨਹੀਂ ਜੀ, ਤੁਹਾਡੇ ਸਾਥੀ ਸਿੰਘ ਜਿਹੜੇ ਨਹੀਂ ਉਹ ਆਣਗੇ, ਪਰ ਅਸੀਂ ਇਸ ਚੀਜ਼ ਨੂੰ ਬਿਲਕੁਲ ਬਹਿ ਕੇ ਨਿਬੇੜਾਂਗੇ। ਇਹ ਥੋੜਾ ਵੀ ਜੇ ਕੋਈ ਗੱਲ ਲੜਾਈ ਝਗੜਾ ਹੋ ਗਿਆ ਤਾਂ ਅਸੀਂ ਇਹਨੂੰ ਇੱਕ ਉਹ ਮੁੱਦਾ ਬਣਾਉਂਦੇ। ਲੱਗਦਾ ਨਹੀਂ ਕਿ ਇਹ ਚੀਜ਼ਾਂ ਜਿਹੜੀ ਦਸਤਾਰ ਤਾਂ ਸਿੱਖ ਦੀ ਉਛਾਲੀ ਜਾ ਰਹੀ ਹੈ, ਕਿਸੇ ਵੀ ਟੌਪਿਕ ਤੇ ਹੋਵੇ ਇਹਨੂੰ ਸੁਲਝਾ ਲੈਣਾ ਚਾਹੀਦਾ। ਦੇਖੋ ਸਮੇਂ ਦੀ ਐਸਾ ਹੁੰਦਾ, ਜਦੋਂ ਆਪਾਂ ਨਾ ਇੱਕ ਫੈਸਲਾ ਜਿਹੜਾ ਉਹ ਨਿੱਜੀ
ਸੋਚ ਸਮਝ ਕੇ ਲੈਣਾ ਚਾਹੀਦਾ ਆਪਾਂ ਨੂੰ। ਆਪਾਂ ਇੱਕ ਵਿਸ਼ਵ ਤੇ ਬੈਠੇ ਆ, ਹਰ ਚੀਜ਼ ਦੀ ਬੜੀ ਸੋਚ ਸਮਝ ਕੇ ਇਸ ਅੰਦੋਲਨ ਨੂੰ ਲੜਨਾ ਪਊਗਾ। ਹਰ ਇੱਕ ਢੇਰ ਤੇ ਬੈਠੇ ਆ, ਇਹ ਦੇਖਣਾ ਪਊਗਾ ਵੀ ਇਹ ਅੰਦੋਲਨ ਕਿਹਦੇ ਗੱਲ ਪਾਉਂਦੇ ਆ। ਇਹ ਅੰਦੋਲਨ ਗੱਲ ਪਾਉਣ ਵਾਲੀ ਗੱਲ ਹੈ। ਇਸ ਕਰਕੇ ਵੀ ਜਿਹੜੇ ਵੀ ਇੱਥੇ ਆਉਂਦੇ ਆ, ਹੁਣ ਲੱਖੇ ਹੋਣੀ ਨੇ, ਉਹ ਆਇਆ ਤਾਂ ਹੈ ਨਹੀਂ ਕਦੇ। ਕੱਲ ਉਹਨੇ ਮਿੰਟ 'ਚ ਹੀ ਆ ਕੇ 1 ਮਿੰਟ 'ਚ ਸਿੰਘ ਨੂੰ RSS ਦਾ ਬੰਦਾ ਪੇਸ਼ ਕਰਦਾ, ਹੁੰਦਾ ਕੌਣ ਹੈ? ਆਪ ਤਾਂ ਉਹ ਦਾੜੀ ਮੁੰਨੀ ਫਿਰਦਾ, ਅਮਰਧਾਰੀ ਉਹ ਨਹੀਂ ਹੈਗਾ। ਉਹ ਸਾਨੂੰ ਆ ਕੇ ਸਵਾਲ ਕਰੂਗਾ, ਇਹ ਨਹੀਂ ਹੋ ਸਕਦਾ। ਕਹਿਣ ਦਾ ਭਾਵ ਕਿ ਸਮੇਂ ਕਰਕੇ ਬੈਠੇ ਆ, ਜੇ ਉਹਨਾਂ ਨੂੰ ਕੁਝ ਕਵਾਂਗੇ ਜਾਂ ਉਹਨਾਂ ਨੂੰ ਘੂਰਾਂਗੇ, ਹੈਗੇ ਤਾਂ ਸਾਡੀ ਨੇ, ਉਹਨਾਂ ਨੂੰ ਖੁਦ ਹੀ ਸ਼ਰਮ ਆਉਣੀ ਚਾਹੀਦੀ ਆ ਵੀ ਜਿਹੜੇ 10.5 ਮਹੀਨਿਆਂ ਤੋਂ ਬੈਠੇ ਆ, ਉਹ ਕੋਈ ਉਦਾਂ ਨਹੀਂ ਬੈਠੇ। ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਹੈ ਬਾਬਾ ਜੀ, ਤੁਹਾਡੇ ਵੱਲੋਂ ਆਇਆ ਸੀ ਵੀ ਅਸੀਂ ਇੱਥੇ ਬੈਠੇ ਆ, ਅਸੀਂ ਜਿਹੜੀਆਂ 2015 ਤੋਂ ਲੈ ਕੇ ਬੇਅਦਬੀਆਂ ਹੋਈਆਂ ਉਹਨਾਂ ਦੇ ਇਨਸਾਫ ਲਈ ਬੈਠੇ ਆ। ਕਿਸਾਨੀ ਮੁੱਦਾ ਅਲੱਗ ਹੋਊ, ਕਿਸਾਨਾਂ ਦਾ ਹੋਊ। ਨਹੀਂ, ਇਹ ਤਾਂ ਅਸੀਂ ਪਹਿਲਾਂ ਸਾਰਾ ਕਲੀਅਰ ਕਰ ਚੁੱਕੇ ਆ। ਇਹ ਪਹਿਲਾਂ ਹੀ ਕਲੀਅਰ ਕਰ ਚੁੱਕੇ ਆ ਵੀ ਸਾਡਾ ਕਿਸਾਨੀ ਮੁੱਦਾ ਨਹੀਂ ਹੈਗਾ। ਕਿਸਾਨੀ ਮੁੱਦੇ ਦੀ ਅਸੀਂ ਮਦਦ ਨੂੰ ਬੈਠੇ ਆ। ਮੂਹਰੇ ਸਾਡੇ ਸੈਂਟਰ ਦੀ ਸਰਕਾਰ ਆ, ਪਿੱਛੇ ਕਿਸਾਨ ਬੈਠਾ। ਉਹ ਲੜਾਈ ਨਹੀਂ ਹੈਗੀ, ਉਹ ਲੜਾਈ ਪੱਖ ਕੀ ਅਸੀਂ ਇਹਨਾਂ ਦੀ ਮਦਦ ਕਰਨੀ ਆ। ਜਦੋਂ ਕੋਈ ਲੀਡਰ ਖੜਾ ਹੈ, ਉਹ ਆਪਣੀ ਜ਼ਿੰਮੇਵਾਰੀ ਛੱਡੂਗਾ ਤਾਂ ਦਲ ਪੰਥ ਜਾ ਕੇ ਕਲੀਅਰ ਕਹਿ ਦੇ ਵੀ ਮੇਰੇ ਬਾਹ ਦਾ ਰੋਗ ਨਹੀਂ। ਤੇ ਜੋ ਫਿਰ ਬਾਬਾ ਜੀ ਜਾਂ ਜਥੇਬੰਦੀਆਂ, ਜਿੰਨੀਆਂ ਜਥੇਬੰਦੀਆਂ ਨੇ ਸਾਡੀਆਂ ਇੱਥੇ, ਬਾਬਾ ਰਾਜਾ ਰਾਜ ਸਿੰਘ ਹੋ ਗਏ, ਬਾਬਾ ਧੀਰਾ ਸਿੰਘ ਜੀ ਹੋ ਗਏ, ਬਾਬਾ ਸੇਵਕ ਸਿੰਘ ਜੀ, ਬਾਬਾ ਮਾਨ ਸਿੰਘ ਜੀ ਜਥੇਦਾਰ ਮੌਜੂਦਾ ਹੋ ਗਏ, ਉਹ ਸਾਰੀਆਂ ਜਥੇਬੰਦੀਆਂ ਫਿਰ ਫੈਸਲਾ ਲੈ ਕੇ ਜੋ ਵੀ ਹੋਊਗਾ ਤੇ ਫੁੱਲ ਚੜਾਏ ਜਾਣਗੇ। ਪਰ ਕੱਲ ਜੋ ਬਾਬਾ ਮਾਨ ਸਿੰਘ ਜੀ ਨੇ ਵੀਡੀਓ ਪਾਈ ਆ, ਉਹ ਸਾਡਾ ਆਪਣਾ ਘਰ ਦਾ ਨਿੱਜੀ ਮੈਟਰ ਆ। ਉਹ ਜੋ ਵੀ ਹੋਊਗਾ ਉਹ ਅਸੀਂ ਸਾਰਾ ਬਾਬਾ ਕਲੀਅਰ ਜੀ, ਕਰ ਇੱਕ ਸਵਾਲ ਹੋਰ ਖੜਾ ਹੁੰਦਾ, ਜੇ ਕਿਸਾਨੀ ਅੰਦੋਲਨ ਸੋਲਵ ਆਊਟ ਹੋ ਜਾਂਦਾਗਾ, ਕਾਲੇ ਕਾਨੂੰਨ ਜਿਹੜੇ ਹੈਗੇ 3 ਬਿੱਲ ਰੱਦ ਹੋ ਜਾਂਦੇ ਆ, ਉਦੋਂ ਬਾਅਦ ਤੁਸੀਂ ਇੱਥੇ ਬੈਠੇ ਹੀ ਰਹੋਗੇ? ਜਿਹੜੀਆਂ ਬੇਅਦਬੀਆਂ ਦੀ ਗੱਲ ਨੂੰ ਲੈ ਕੇ ਤੁਸੀਂ ਚੱਲ ਰਹੇ ਹੋ ਵੀ ਅਸੀਂ ਉਹ ਵੀ ਇਨਸਾਫ ਲੈਣਾ ਸੈਂਟਰ ਤੋਂ, ਉਹ ਦੇਖੋ ਉਹ ਅਸੀਂ ਕਲੀਅਰ ਕਰਨਾ। ਦੇਖੋ ਕਿ ਉੱਪਰੋਂ ਨਹੀਂ ਆਇਆ ਬੇਅਦਬੀਆਂ ਕਰਨ, ਧਿਆਨ ਰੱਖਿਓ ਇਹਨਾਂ। ਉਹ ਲੀਡਰ ਹੀ ਨੇ। ਨਹੀਂ, ਪਹਿਲਾਂ ਤੁਸੀਂ ਕਿਹਾ ਸੀ ਜਿਵੇਂ ਪੰਜਾਬ ਚੋਂ ਇਨਸਾਫ ਸੈਂਟਰ ਤੋਂ ਲੈਣਾ। ਉਹ ਹਿਸਾਬ ਤਾਂ ਦੇਣਗੇ ਤਾਂ ਇਹੀ ਪੱਟਾ ਤਾਂ ਸਾਰਿਆਂ ਦੇ ਸੈਂਟਰ ਚੋਂ ਪੈਂਦਾ ਨਾ। ਇਹ ਸਾਰੇ ਜਿਹੜਾ ਸਾਡਾ ਪੰਜਾਬ ਆ ਨਾ, ਪੰਜਾਬ ਹੁਣ ਦਿੱਲੀ ਤੇ ਭਰੋਸਾ ਰੱਖਦਾ, ਆਪਣੇ ਤੇ ਉਹਦਾ ਭਰੋਸਾ ਉੱਠ ਖੜਿਆ। ਪਾਣੀ ਪੰਜਾਬ ਕੋਲੇ ਆ, ਬਿਜਲੀ ਪੰਜਾਬ ਕੋਲੇ ਆ, ਸਾਰਾ ਕੁਝ ਪੰਜਾਬ ਕੋਲੇ ਆ, ਫਿਰ ਵੀ ਪੰਜਾਬ ਦਿੱਲੀ ਤੇ ਭਰੋਸਾ ਰੱਖਦਾ। ਇਸ ਕਰਕੇ ਵੀ ਉਹਦਾ ਸਾਰਾ ਹਿਸਾਬ ਕਿਤਾਬ ਲਿਆ ਜਾਊਗਾ। ਇਹ ਜੋ ਇਹਨਾਂ ਦਾ ਲੋਕਤੰਤਰ ਹੈ, ਅਸੀਂ ਇਹ ਨਹੀਂ ਕਹਿੰਦੇ, ਆਪਣੇ ਲੋਕਤੰਤਰ ਰਾਹੀਂ ਸਾਨੂੰ ਇਨਸਾਫ ਦੇਣ ਸੱਚ ਦਾ। ਅਸੀਂ ਕਿਸੇ ਨਾਲ ਧੱਕਾ ਨਹੀਂ ਕਰਦੇ। ਜਾਂ ਸਾਡੇ ਵੱਲ ਕੋਈ ਵੀ ਕਹਿ ਰਿਹਾ, ਇਹਨਾਂ ਧਿਆਨ ਰੱਖਿਓ ਵੀ ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਵੀ ਹੋ ਰਹੀ ਆ ਜਾਂ ਲੋਕ ਕਰਵਾ ਰਹੇ ਨੇ ਆਪਣੀਆਂ ਕੁਰਸੀਆਂ ਕਰਕੇ, ਉਹ ਰਾਜਨੀਤੀ ਤੋਂ ਦੂਰ ਹਟ ਕੇ, ਲੋਕ ਗੁਰੂ ਸਾਹਿਬ ਤੋਂ ਦੂਰ ਹਟ ਕੇ ਰਾਜਨੀਤੀ। ਬਾਬਾ ਜੀ, ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਜਿਹੜੀਆਂ ਲਗਾਤਾਰ ਹੋ ਰਹੀਆਂ, ਇਨਸਾਫ ਮਿਲੇਗਾ ਕਿਵੇਂ? ਧਰਨੇ ਲਾ ਕੇ? ਧਰਨੇ ਲਾ ਕੇ ਕਦੇ ਮਿਲੇ ਹੀ ਨਹੀਂ। ਧਰਨੇ ਲਾ ਕੇ ਨਹੀਂ ਮਿਲਿਆ ਕਦੇ ਵੀ ਇਨਸਾਫ। ਇਤਿਹਾਸ ਹੀ ਨਹੀਂ ਹੈਗਾ ਧਰਨੇ ਲਾਉਣ ਦਾ। ਫਿਰ ਕਿਹੜੇ ਤਰੀਕੇ ਨਾਲ ਮਿਲੂਗਾ ਜੀ? ਉਹ ਜਿਵੇਂ ਵੀ ਗੁਰੂ ਸਾਹਿਬ ਦਾ ਹੁਕਮ ਵਰਤਦਾ, ਪਰਮੇਸ਼ਰ ਅਕਾਲ ਪੁਰਖ ਦਾ ਹੁਕਮ ਵਰਤਦਾ, ਕਿਸੇ ਸੰਸਾਰ ਦਾ ਹੁਕਮ ਨਹੀਂ ਵਰਤਦਾ। ਜਦੋਂ ਵੀ ਕੋਈ ਹੁਕਮ ਵਰਤਦਾ, ਸੰਗਤ ਬੇਨਤੀਆਂ ਅਰਦਾਸਾਂ ਕਰਦੀ ਆ, ਸਤਿਗੁਰ ਬੇਨਤੀ ਅਰਦਾਸ ਸੁਣਦੇ ਆ, ਸਾਰਿਆਂ ਦੀ ਸੁਣਦੇ ਆ। ਜਿਹੜੇ ਸਤਿਗੁਰਾਂ ਨੂੰ ਪ੍ਰੇਮ ਕਰਦੇ ਆ, ਜਾਣ ਕੀ ਅਰਦਾਸ ਬਿਰਥੀ ਨਾ ਜਾਵੇ। ਜਿਹੜੀ ਅਰਦਾਸ ਕੀਤੀ ਹੁੰਦੀ ਹੈ ਸਤਿਗੁਰਾਂ ਦੇ ਚਰਨਾਂ 'ਚ, ਉਹ ਬਿਰਥੀ ਨਹੀਂ ਜਾਂਦੀ। ਸੰਗਤ ਬਹੁਤ ਵੱਡੀ ਚੀਜ਼ ਹੈ। ਬਾਬਾ ਜੀ, ਕਿਸਾਨ ਅੰਦੋਲਨ ਕਿੱਥੇ ਤਾਂ ਆਪਾਂ ਜਿਹੜਾ ਜੁੜ ਕੇ ਅੱਗੇ ਹੁਣ ਵਧਣਾ ਸੀ, ਕਿਉਂ ਲੱਗਦਾ ਨਹੀਂ ਕਿ ਇਹ ਤਾਂ ਮੈਨੂੰ ਲੱਗਦਾ ਹੁਣ ਰੋਜ਼ ਮੀਡੀਆ ਇੱਕੋ ਹੀ ਕੰਮ ਤੇ ਰਹਿ ਗਿਆ। ਨਿਹੰਗ ਸਿੰਘ ਜਥੇਬੰਦੀਆਂ, ਦੇਖੋ ਪਤਾ ਕੀ ਗੱਲ ਆ, ਅਸੀਂ ਇੰਨੀ ਕਲੀਅਰ ਕਰਦੇ ਹਾਂ, ਜੋ ਹਕੀਮਪੁਰ ਹੋਇਆ ਨਾ, ਉਸ ਚੀਜ਼ ਤੇ ਧਿਆਨ ਦਿੱਤਾ ਜਾਵੇ। ਮਿਸਰੇ ਦਾ ਜਿਹੜਾ ਮੁੰਡਾ ਨਾ, ਉਸ ਚੀਜ਼ ਤੇ ਧਿਆਨ ਦਿੱਤਾ ਜਾਵੇ। ਉਹ ਜਿਹੜਾ ਧਿਆਨ ਉਹ ਇੱਕੋ ਲੱਖ ਤੇ ਇੱਧਰ ਬਦਲਣ ਦੀ ਕੋਸ਼ਿਸ਼ ਕੀਤੀ ਆ। 22 ਸਟੈਪ ਤੋਂ ਸਟੈਪ ਹੋ ਰਿਹਾ ਇਸ ਜਗ੍ਹਾ ਤੇ ਕੰਮ। ਇਸ ਕਰਕੇ ਵੀ ਉਸ ਚੀਜ਼ ਦਾ ਮੀਡੀਆ ਜ਼ਿਆਦਾਤਰ ਧਿਆਨ ਦੇਵੇ। ਜੋ ਬਣਦੀ ਕਾਰਵਾਈ ਆ, ਉਹਨਾਂ ਤੇ ਪਰਚਾ ਕਰਵਾ ਕੇ ਉਹਨਾਂ ਨੂੰ ਅੰਦਰ ਕਰਾਵੇ। ਉਸ ਤੋਂ ਬਾਅਦ ਸਾਰਾ ਸੰਸਾਰ ਇਸ ਅੰਦੋਲਨ ਨੂੰ ਇੱਕ ਮੁੱਠ-ਜੁੱਟ ਦੇ ਨਾਲ ਲੜਨਾ ਚਾਹੀਦਾ। ਭਾਵੇਂ ਕਾਮਰੇਡ ਨੇ, ਭਾਵੇਂ ਸਾਡੀ ਨੌਜਵਾਨ ਪੀੜ੍ਹੀ ਆ, ਬਜ਼ੁਰਗ ਨੇ, ਕੋਈ ਵੀ ਹੈ, ਸਾਰਿਆਂ ਦੀ ਇੱਕ ਹੋਂਦ ਦੀ ਲੜਾਈ ਹੋ ਚੁੱਕਿਆ। ਪੰਜਾਬ ਦੀ ਕਿਸਾਨੀ ਦੀ ਲੜਾਈ ਹੈ। ਇੱਕ ਜਿਹੜਾ ਨੰਬਰ ਦਿੱਤਾ ਸੀਗਾ, ਉਹ ਜਿਹੜਾ ਦੋਸਤ ਬਾਬੀ ਜਿਹੜਾ ਆਪਾਂ ਤੁਸੀਂ ਕਹਿੰਦੇ ਹੋ ਨੰਬਰ ਉਸ ਵੀਡੀਓ 'ਚ ਵਾਇਰਲ ਹੁੰਦਾ, ਦੇਖੋ ਉਹਨੇ ਕਲੀਅਰ ਕਰਿਆ। ਉਸ ਦਾ ਸਵਾਲ ਹੁਣ ਜ਼ਿੰਮੇਵਾਰ ਜੋ ਪੁਲਿਸ ਪ੍ਰਸ਼ਾਸਨ ਹੈ ਜਾਂ ਮੁੱਖ ਮੰਤਰੀ ਪੰਜਾਬ ਆ, ਉਹ ਇਸ ਗੱਲ ਨੂੰ ਕਲੀਅਰ ਕਰਕੇ ਦੇ ਦੇ ਸੰਗਤ ਨੂੰ ਸਾਰਾ। ਉਹ ਉਹਨਾਂ ਦੀ ਜ਼ਿੰਮੇਵਾਰੀ ਹੈ। ਜਥੇਬੰਦੀਆਂ ਕੁਝ ਕਲੀਅਰ ਕਰ ਰਹੀਆਂ, ਇੱਕ ਸੰਧੂ ਨਾਂ ਤੇ ਇੱਕ ਨੰਬਰ। ਦੇਖੋ ਉਹ ਖੁਦ ਬੋਲ ਰਿਹਾ, ਜਿਸ ਨੇ ਬੇਅਦਬੀ ਕੀਤੀ ਆ ਨਾ, ਜਿਹਨੇ ਸੋਧਾ ਲਾਇਆ, ਉਹ ਖੁਦ ਆਪ ਬੋਲ ਰਿਹਾ। ਇਸ ਕਰਕੇ ਇਸ ਦੀ ਜਿਹੜੀ ਜ਼ਿੰਮੇਵਾਰੀ ਆ, ਉਹ ਪੁਲਿਸ ਪ੍ਰਸ਼ਾਸਨ ਦੀ ਹੈ। ਉਹ ਜਿਨ੍ਹਾਂ ਦੇ ਪੱਠੇ ਪਾਉਂਦਾ ਸੀ ਜੀ, ਉਹਨਾਂ ਦਾ ਨਿਕਲਿਆ ਹੈਗਾ। ਦੇਖੋ ਇਹ ਚੀਜ਼ ਨੂੰ ਅਸੀਂ ਨਹੀਂ ਕਹਿ ਸਕਦੇ ਪੁੱਤਰ ਜੀ, ਇਹ ਚੀਜ਼ ਅਸੀਂ ਨਹੀਂ ਕਹਿ ਸਕਦੇ। ਦੇਖੋ ਇੱਕ ਬਾਬਾ ਜੀ, ਅੱਜ ਜਿਹੜੀ ਸਭ ਤੋਂ ਵੱਡੀ ਖਬਰ ਲੱਗੀ ਆ, ਕਾਰਵਾ ਨਿਊਜ਼ਪੇਪਰ 'ਚ ਲੱਗੀ ਆ ਵੀ ਜਿਹੜੇ ਸਿੰਘ ਨੇ ਇੱਥੇ ਉਹਦਾ ਗੁੱਟ ਵੱਢਿਆਗਾ, ਉਸ ਤੋਂ ਬਾਅਦ ਉਸ ਦੀ ਮ੍ਰਿਤੂ ਹੁੰਦੀ ਆ। ਉਹੀ ਸਿੰਘ ਉਸ ਨੂੰ ਲੈ ਕੇ ਆਇਆ ਸੀ, ਉਸ ਨੂੰ ਉਸਦੇ ਪਿੰਡ ਪਹਿਲਾਂ ਦੇਖਿਆ ਗਿਆ, ਬਲੈਰੋ ਗੱਡੀ ਦੇ ਨਾਲ ਦੇਖਿਆ ਗਿਆ। ਦੇਖੋ ਮੇਰੀ ਗੱਲ ਸੁਣੋ, ਜੇ ਉਹਨੇ ਕੀਤਾ ਨਾ, ਕੋਈ ਗੱਲ ਨਹੀਂ, ਉਹ ਵੀ ਆ ਜਾਊਗਾ। ਇਹ ਸੰਗਤ ਹੈ, ਉਹ ਵੀ ਉਦਾਂ ਹੀ ਟੰਗਿਆ ਜਾਊਗਾ। ਗੁਰੂ ਨੇ ਬਣਦੀ ਸਜ਼ਾ ਦੇ ਹੀ ਜਾਣੀ, ਜਿਹਦਾ ਮਰਜ਼ੀ ਸਿੰਘ ਹੋਵੇ। ਅਸੀਂ ਪਰ ਇੰਨਾ ਕਹਿੰਦੇ ਆ, ਇੱਕ ਦੂਸਰੇ ਤੋਂ ਸਵਾਲ ਕਰਨ ਤੋਂ ਪਹਿਲਾਂ
ਪ੍ਰੂਫ ਕਰੋ ਸੰਸਾਰ ਨੂੰ। ਅੱਜ ਸੰਸਾਰ ਪ੍ਰੂਫ ਤੇ ਚੱਲਦਾ, ਇਹ ਨਹੀਂ ਕਹਿੰਦਾ ਨਾ ਇਹ ਤਾਂ ਕਾਮਰੇਡ ਕਹੀ ਜਾਂਦੇ ਸੀ ਸਾਰੇ, ਉਹ ਗਦਾਰ ਆ, ਉਹ ਫਲਾਨਾ ਗਦਾਰ ਆ, ਉਹਨਾਂ ਨੂੰ ਸਾਰਿਆਂ ਨੂੰ ਸਰਟੀਫਿਕੇਟ ਵੰਡੀ ਜਾਂਦੇ ਸੀ। ਇਹ ਤਾਂ ਮਹਾਰਾਜ ਨੂੰ ਦਾਵਾ ਲਿਖ ਕੇ ਭੱਜ ਗਏ ਸੀ। ਇਹ ਅੱਜ ਦਾ ਕੋਈ ਨਵਾਂ ਨਹੀਂ, ਇਹ ਸ਼ੁਰੂ ਤੋਂ ਹੀ ਚੱਲਿਆ ਆ ਰਿਹਾ। ਬਾਬਾ ਜੀ, ਜਿਸ ਤਰ੍ਹਾਂ ਲਾਸਟ ਵਾਰ ਤੁਸੀਂ ਲੱਖਾ ਸਧਾਣਾ ਤੇ ਕਿਹਾ ਕਿ ਉਹ ਕਦੇ ਨਹੀਂ ਆਇਆ ਜਾਂ ਇੱਧਰ ਹੋਇਆ, ਪਰ ਲੱਖਾ ਸਧਾਣਾ ਨਾਲ ਕੱਲ ਜਿਹੜਾ ਹੈ ਕੋਈ ਪੱਤਰਕਾਰਾਂ ਨੇ ਗੱਲਬਾਤ ਕੀਤੀ, ਉਹ ਕਹਿੰਦਾ ਵੀ ਮੈਨੂੰ ਜਿਹੜਾ ਬਾਬਾ ਰਾਜਾ ਰਾਜ ਸਿੰਘ ਜੀ ਦਾ ਫੋਨ ਗਿਆ ਸੀ, ਉਹ ਪਹਿਲਾਂ ਬੰਨੀ ਬੈਠੇ ਸੀਗੇ, ਮੰਨ ਲਓ ਮੈਂ ਬਾਅਦ ਚ ਆਇਆ, ਮੈਂ ਬਾਅਦ ਚ ਆਇਆ। ਇਸ ਚੀਜ਼ ਨੂੰ ਅਸੀਂ ਨਹੀਂ ਕਹਿ ਸਕਦੇ, ਲੱਖੇ ਨੂੰ ਪਤਾ ਹੋਊ, ਬਾਬਾ ਰਾਜਾ ਸਿੰਘ ਜੀ ਨੂੰ ਪਤਾ ਹੋਊਗਾ, ਇਹ ਚੀਜ਼ ਅਸੀਂ ਨਹੀਂ ਕਹਿ ਸਕਦੇ। ਬਾਬਾ ਜਿਹੜੀ ਪਰ ਖਬਰ ਲੱਗੀ ਹੈ, ਜਿਹੜੀ ਉਹ ਵਿੱਚੇ ਰਹਿ ਗਈ ਗੱਲ, ਜਿਹੜੀ ਉਹ ਖਬਰ ਲੱਗੀ ਆ ਨਾ ਅਖਬਾਰ ਦੇ ਵਿੱਚ, ਉਹ ਸ਼ੰਕਾ ਨਹੀਂ ਖੜਾ ਕਰਦੀ ਕਿ ਕਿਤੇ ਨਾ ਕਿਤੇ ਉਹ ਫਿਰ ਉਹ ਨਿਹੰਗ ਸਿੰਘਾਂ ਦੇ ਖਿਲਾਫ ਨਹੀਂ ਮੈਸੇਜ ਕੱਢ ਰਹੀ? ਇਹ ਤਾਂ ਹੁਣ ਸੰਗਤ ਕਲੀਅਰ ਕਰੂਗੀ। ਉਹ ਜਿਹੜਾ ਕਲੀਅਰ ਉਹ ਹੋਇਆ, ਜੋ ਗਲਤ ਹੋਇਆ, ਉਸ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਜਾਂ ਸਾਡੀ ਜਥੇਬੰਦੀ ਨੂੰ ਬਦਨਾਮ ਕਰਨ ਵਾਸਤੇ, ਹੋਰ ਅਸੀਂ ਇਹਨੂੰ ਕੁਝ ਨਹੀਂ ਕਹਿ ਸਕਦੇ। ਤੁਸੀਂ ਜਾਂਚ ਪੜਤਾਲ ਕਰੋਗੇ? ਕਹਿੰਦੇ ਵੱਲੋਂ ਖਬਰ ਨਸ਼ਰ ਹੋਈ ਹੈ, ਕੀ ਸਬੂਤ ਆਉਂਦੇ ਕੋਲੇ? ਦੇਖੋ ਉਹ ਸਾਰਾ ਹੁਣ ਦੇਖੋ, ਅਸੀਂ ਇਹੀ ਗੱਲ ਕਰਦੇ ਹਾਂ, ਕਲਮ ਦੀ ਲੜਾਈ ਆ, ਹੁਣ ਕਲਮ ਨਾਲ ਲੜਨੀ ਪਊਗੀ, ਇਸ ਕਰਕੇ ਵੀ ਹੌਲੀ ਹੌਲੀ ਸਾਰਾ ਕਲੀਅਰ ਹੋਊਗਾ। ਇੱਕ ਲਾਸਟ ਸਵਾਲ ਬਾਬਾ ਜੀ, ਕਹਿੰਦੇ 7 ਜਥੇਬੰਦੀਆਂ ਇੱਥੇ ਬੈਠੀਆਂ, ਤੁਹਾਡਾ ਤੇ ਜ਼ਿਆਦਾਤਰ ਤਾਂ ਹੀ ਸਵਾਲ ਲਗਾ ਨਿਸ਼ਾਨ ਉੱਠਦੇ, ਤੁਸੀਂ ਵੈਸੇ ਉਹਦੀ ਗੱਲ ਪ੍ਰੂਵ ਵੀ ਕੀਤੀ ਹੈ, ਕਿ ਤੁਹਾਨੂੰ ਲੱਗਦਾ ਕਿ ਜਿਹੜਾ ਕੇਂਦਰ ਦੇ ਮੰਤਰੀਆਂ ਨਾਲ ਕਿਸੇ ਹੋਰ ਜਥੇਬੰਦੀ ਦੀ ਵੀ ਮੀਟਿੰਗ ਵਗੈਰਾ ਹੁੰਦੀ ਹੋਊਗੀ? ਉਹ ਮਹਾਰਾਜ ਜਾਣਦਾ ਹੈ, ਇਹ ਉਹ ਮਹਾਰਾਜ ਜਾਣਦੇ ਆ, ਪਰ ਅਸੀਂ ਇਹਨਾਂ ਨੂੰ ਦੱਸਦੇ ਹਾਂ ਵੀ ਭਾਵੇਂ ਉਹ ਸਾਰੀਆਂ ਜਥੇਬੰਦੀਆਂ ਨੇ, ਸਾਡਾ ਨਿਸ਼ਾਨ ਇੱਕੋ ਹੀ ਹੈ, ਕਿਸਾਨੀ ਮੁੱਦਾ। ਆਖਰ ਤੇ ਗੁਰੂ ਸਾਹਿਬ ਦੀ ਬੇਅਦਬੀ ਦਾ ਪਹਿਲਾ ਮੁੱਦਾ ਹੈਗਾ, ਗੁਰੂ ਸਾਹਿਬ ਦੀ ਬੇਅਦਬੀ, ਦੂਸਰਾ ਕਿਸਾਨੀ ਦਾ। 2 ਮੁੱਦੇ ਨੇ। ਸਾਡੀ ਕਿਸੇ ਬੀਜੇਪੀ ਨਾਲ ਲੜਾਈ ਨਹੀਂ, ਸਾਡੀ ਕਿਸੇ ਕਾਂਗਰੇਟਾਂ ਨਹੀਂ। ਜਿਸ ਦਿਨ ਉਹ ਰੱਦ ਕਰ ਦੇਣਗੇ, ਸਾਰੀ ਸੰਗਤ ਆਪਣੇ ਘਰਾਂ 'ਚ ਚੱਲ ਜੂਗੀ। ਪੂਰੀ ਦੁਨੀਆ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਸ ਵਕਤ ਜਿਸ ਤਰ੍ਹਾਂ ਦਾ ਚੱਲ ਰਿਹਾ ਜੀ ਮਾਹੌਲ? ਅਸੀਂ ਇਹੀ ਕਵਾਂਗੇ ਵੀ ਇਹਨਾਂ ਦੀਆਂ ਰਾਜਨੀਤੀ ਲੋਕਾਂ ਤੋਂ ਪੱਖ ਤੋਂ ਦੂਰ ਹੋ ਜਾਓ। ਇੱਕ ਤਾਂ ਇਹ ਕਲੀਅਰ ਕਰਾਂਗੇ, ਇੱਕ ਜਿਹੜੀਆਂ ਨਿਹੰਗ ਸਿੰਘ ਫੌਜਾਂ ਨੇ, ਇਹਨਾਂ ਦਾ ਸਤਿਕਾਰ ਕਰੋ, ਇਹਨਾਂ ਤੇ ਇੰਤੂ ਪਰਿੰਤੂ ਨਾ ਕਰੋ, ਜਾਂ ਕੋਈ ਇਹਨਾਂ ਤੇ ਜਿਹੜਾ ਵੀ ਗੁਰੂ ਦਾ ਬਾਣਾ, ਪਰਮੇਸ਼ਰ ਅਕਾਲ ਪੁਰਖ ਦਾ, ਉਹ ਜੇ ਕਿਸੇ ਉਹਨੇ ਕੋਈ ਗਲਤੀ ਕੀਤੀ ਹੈ ਤਾਂ ਮੌਜੂਦਾ ਉਹਦਾ ਜੋ ਜਥੇਦਾਰ ਬੈਠਾ ਉਹਦੇ ਕੋਲੇ ਲਿਆ ਕੇ ਉਹਨੂੰ ਪੁੱਛਗਿੱਛ ਕੀਤਾ ਜਾਵੇ, ਤੇ ਮੀਡੀਆ ਦੇ ਵਿੱਚ ਉਹਦਾ ਬਾਣੇ ਦਾ ਜਾਂ ਉਹਦਾ ਕਿਸੇ ਵੀ ਚੀਜ਼ ਦਾ ਪ੍ਰਚਾਰ ਨਾ ਕੀਤਾ ਜਾਵੇ। ਜਦੋਂ ਜਿਹੜੀ ਵੀ ਗੱਲ ਮੀਡੀਆ ਦੀ ਅਸੀਂ ਕਲੀਅਰ ਕਰਨਾ ਚਾਹੁੰਦੇ ਹਾਂ, ਮੀਡੀਆ ਵੀ ਉਹੀ ਚੀਜ਼ ਦਿਖਾਵੇ ਜੋ ਸੱਚ ਹੈ। ਕਿਉਂ ਦੇਖੋ, ਅੱਜ ਕਿਸਾਨੀ ਅੰਦੋਲਨ ਆ, ਇੱਥੇ ਤਿੱਲੀ ਸਿੱਟਣ ਵਾਲੇ ਬਹੁਤ ਨੇ, ਇਹਦੀ ਸਪੋਰਟ 'ਚ ਬਹੁਤ ਘੱਟ ਖੜੇ ਨੇ, ਇੱਥੇ ਤਿੱਲੀ ਸਿੱਟਣ ਵਾਲੇ ਜ਼ਿਆਦਾ ਨੇ। ਹੋਰ ਅਸੀਂ ਸੰਸਾਰ ਨੂੰ ਕੁਝ ਨਹੀਂ ਕਹਿਣਾ ਚਾਹੁੰਦੇ ਭਾਈ।